STF ਵਾਲੇ ਤੁਸੀਂ ਕਈ ਹਜ਼ਾਰਾਂ ਕਰੋੜ ਦੇ ਡਰੱਗ ਘਪਲੇ ਦੀ ਗੱਲ ਕਰਦੇ ਆ, ਡਰੱਗ ਵਾਲੇ ਕੇਸ ਦੀ ਗੱਲ ਕਰਦੇ ਆ, ਜਿਹਦੇ ਉੱਤੇ ਰੌਲਾ ਪਾ ਕੇ ਇਹ ਸਰਕਾਰ ਬਣੀ ਸੀ। ਇੱਕ ਧਾਰਮਿਕ ਪੁਸਤਕ ਨੂੰ ਪੜ੍ਹ ਕੇ ਕੈਪਟਨ ਸਾਹਿਬ ਨੇ ਸਹੁੰ ਚੁੱਕੀ ਸੀ ਤੇ ਬੜਾ ਹੋ ਹੱਲਾ ਵੀ ਮਚਿਆ ਸੀ। ਸਹੁੰ ਨੂੰ ਲੈ ਕੇ ਫਿਰ ਉਹਦੀ ਚਰਚਾ ਸ਼ਾਇਦ ਹੀ ਕੋਈ ਦਿਨ, ਕੋਈ ਹਫ਼ਤਾ ਲੰਘਿਆ ਹੋਵੇ ਜਦੋਂ ਪੰਜਾਬ ਦੇ ਵਿੱਚ ਨਾ ਹੋਈ ਹੋ। ਬੀਬੀ ਸਿੱਧੂ ਨੇ ਤਾਂ ਪਿਛਲੇ ਹਫ਼ਤੇ ਜਿਸ ਦਿਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਠੋਕੋ ਤਾਲੀ ਜਾਂ ਉਹ ਕੁਝ ਮਜ਼ਾਕ ਜਿਹਾ ਕੀਤੇ, ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਵੀ ਬਹੁਤਾ ਸ਼ੋਰਗੁਲ ਨਾ ਕਰੋ, ਜਿਸ ਦਿਨ STF ਵਾਲੀ ਰਿਪੋਰਟ ਜਾਂਚ ਸਾਹਮਣੇ ਆਉਣੀ ਆ ਤੁਸੀਂ ਵੀ ਇਸੇ ਭੀੜ ਦੇ ਵਿੱਚ ਗਵਾਚੇ ਫਿਰਨਾ, ਤੁਹਾਨੂੰ ਵੀ ਜਗ੍ਹਾ ਨਹੀਂ ਲੱਭਣੀ ਲੁਕਣ ਨੂੰ। ਹਾਈ ਕੋਰਟ ਇਹ ਗੱਲ ਬਾਰ-ਬਾਰ ਕਹਿ ਚੁੱਕਿਆ ਕਿ ਅਸੀਂ ਇਸ ਜਾਂਚ ਦੇ ਉੱਤੇ ਕਿਤੇ ਵੀ ਕੋਈ ਸਟੇ ਨਹੀਂ ਲਾਇਆ। ਜਾਂਚ ਸਰਕਾਰ ਕੋਲ ਆ, ਸਰਕਾਰ ਉਸ ਰਿਪੋਰਟ ਨੂੰ ਜਨਤਕ ਨਹੀਂ ਕਰ ਰਹੀ, ਰੌਲਾ ਰੋਜ਼ ਪੈ ਰਿਹਾ। ਸਿੱਧੂ ਸਾਹਿਬ ਦੇ ਉਂਗਲੀਆਂ ਘਸ ਗਈਆਂ ਟਵੀਟ ਕਰਦਿਆਂ ਸਿੱਧੂ ਸਾਹਿਬ ਨੇ ਕੱਲ ਫਿਰ ਉਸੇ ਲੜੀ ਦੇ ਦੌਰਾਨ ਆਪਣੀ ਸਰਕਾਰ ਨੂੰ ਕਿਹਾ ਕਿ ਕਿਉਂ ਤੁਸੀਂ ਉਹ ਰਿਪੋਰਟ ਜਨਤਕ ਨਹੀਂ ਕਰਦੇ। ਇਹ ਗੱਲ ਉਹਨਾਂ ਨੇ ਪਿਛਲੀ ਵਾਰ ਜਦੋਂ ਕਹੀ ਸੀ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਪਾਰਟੀ ਪ੍ਰਧਾਨ ਦੇ ਨਾਤੇ ਮੈਨੂੰ ਦੇ ਦਿਓ, ਮੇਰੀਆਂ ਲੱਤਾਂ ਭਾਰ ਝੱਲਦੀਆਂ ਜੇ ਤੁਹਾਡੀਆਂ ਥਿੜਕਦੀਆਂ ਤਾਂ। ਰਾਜਕੁਮਾਰ ਵੇਰਕਾ ਜਾਂ ਹੋਰ ਵੀ ਕਾਫੀ ਸਾਰੇ ਲੋਕ ਇਸ ਕਵਾਇਦ ਦੇ ਵਿੱਚ ਰਹੇ ਕਿ ਕੈਪਟਨ ਸਾਹਿਬ ਨੇ ਜੇਕਰ ਪਾਰਟੀ ਦੇ ਵਿੱਚ ਉਹਨਾਂ ਨੂੰ ਸਿਖਰ ਦਾ ਅਹੁਦਾ ਉਹਨਾਂ ਤੋਂ ਲੈ ਵੀ ਲਿਆ ਗਿਆ ਤੇ ਉਹ ਪਾਰਟੀ 'ਚ ਵਾਪਸੀ ਕਰ ਸਕਦੇ ਨੇ। ਪਰ ਕੈਪਟਨ ਸਾਹਿਬ ਨੇ ਬਹੁਤ ਵਾਰ ਇਸ ਮਸਲੇ ਨੂੰ ਤੋੜ ਦਿੱਤਾ ਹੈ ਕਿ ਮੇਰਾ ਹੁਣ ਪਾਰਟੀ ਨੂੰ ਮੈਂ ਛੱਡ ਚੁੱਕਿਆ, ਅਸਤੀਫਾ ਮੈਂ ਦੇ ਚੁੱਕਿਆ ਤੇ ਮੈਂ ਆਪਣੀ ਪਾਰਟੀ ਬਣਾਉਣ ਦਾ ਜਿਹੜਾ ਪ੍ਰੋਗਰਾਮ ਆ ਉਹ ਬਣਾ ਲਿਆ। ਇੱਕ ਪਾਸੇ ਕੈਪਟਨ ਸਾਹਿਬ ਦੇ ਨਾਲ ਪ੍ਰਨੀਤ ਕੌਰ ਬੈਠੇ ਆ ਤੇ 15-20 ਕਾਉਂਸਲਰ ਉਧਰਲੇ ਪਾਸੇ ਬੈਠੇ ਨੇ ਤੇ ਇਦਾਂ ਹੀ ਬ੍ਰਹਮ ਮਹਿੰਦਰਾ ਜਿਹੜੇ ਕਿ ਕੈਬਨਿਟ 'ਚ ਮੈਂਬਰ ਨੇ ਉਹ ਬੈਠੇ ਸੀ ਤੇ ਕੁਝ ਕਾਉਂਸਲਰ ਉਹਨਾਂ ਨਾਲ ਬੈਠੇ ਸੀ ਤੇ ਨਾਰੇ ਲਗਾਉਂਦੇ ਸੀ। ਤੇ ਇਹ ਵੀ ਸੁਣਿਆ ਗਿਆ ਬ੍ਰਹਮ ਮਹਿੰਦਰਾ ਨੂੰ ਕਹਿੰਦੇ ਹੋਏ ਕਾਉਂਸਲਰਸ ਨੂੰ ਕਿ ਨਾਰੇ ਜਿਹੜੇ ਆ ਉਹ ਚੰਨੀ ਸਾਹਿਬ ਦੇ ਨਾਂ ਦੇ ਲਾਓ। ਹੋ ਸਕਦਾ ਗਲਤੀ ਨਾਲ ਕਈਆਂ ਦੇ ਮੂੰਹ 'ਚੋਂ ਕੈਪਟਨ ਸਾਹਿਬ ਨਿਕਲਦਾ ਹੋਵੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੰਨਾ ਕੁ ਝਾੜੂ ਫੇਰੇਗੀ, ਕਿੰਨਾ ਕੁ ਨਹੀਂ ਫੇਰੇਗੀ, ਇਹ ਗੱਲ ਜਿਹੜੀ ਆ ਉਹ ਜੂਨ ਜੁਲਾਈ ਤੋਂ ਹੀ ਚੱਲ ਰਹੀ ਆ ਕਿ ਉਹ ਆਪਣੀ ਪਹਿਲਾਂ ਸਿਰ ਦਾ ਐਲਾਨ ਕਰਨਗੇ ਕਿ ਕਿਸ ਮੂੰਹ ਨੂੰ ਲੈ ਕੇ, ਕਿਸ ਚਿਹਰੇ ਨੂੰ ਲੈ ਕੇ, ਕਿਸ ਹੈੱਡ ਨੂੰ ਲੈ ਕੇ ਉਹਨਾਂ ਨੇ ਜਿਹੜੀ ਚੋਣ ਆ ਇਹ ਲੜਨੀ ਆ। ਬੀਬੀ ਹਰਸਿਮਰਤ ਕੌਰ ਬਾਦਲ ਕਿਉਂਕਿ ਮੈਂਬਰ ਪਾਰਲੀਮੈਂਟ ਨੇ ਇਸ ਕਰਕੇ ਉਹਨਾਂ ਨੇ ਚੋਣ ਨਹੀਂ ਲੜਨੀ ਤੇ ਮੇਰਾ ਖਿਆਲ ਮੈਂਬਰ ਪਾਰਲੀਮੈਂਟ ਉਹ ਆਪ ਵੀ ਨੇ ਵਨ ਮੈਨ ਆਰਮੀ ਆ, ਵਨ ਮੈਨ ਸ਼ੋ ਆ। ਬਾਕੀ ਜਿਹੜੇ ਹੈ ਵੀ ਉਹ ਸਾਰੇ ਦੇ ਸਾਰੇ ਯੈਸ ਮੈਨ ਨੇ। ਜਿਹੜੇ ਕਦੇ ਨੋ ਮੈਨ ਹੁੰਦੇ ਸੀ ਉਹਨਾਂ ਨੂੰ ਤਾਂ ਬਾਦਲ ਸਾਹਿਬ ਨੇ ਹੀ ਕਿਨਾਰੇ ਕਰ ਦਿੱਤਾ ਸੀ, ਬੜਾ ਲੰਬਾ ਸਮਾਂ ਹੋ ਗਿਆ। ULPIN ਇੱਕ ਤਰੀਕੇ ਨਾਲ ਇਦਾਂ ਕਹਿ ਲਓ ਕਿ ਜ਼ਮੀਨਾਂ ਦਾ ਆਧਾਰ ਕਾਰਡ ਇੱਕ ਬਣਾਉਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਕਰ ਰਹੇ। ਕਿਉਂ ਨਾ ਸਾਰੇ ਹੀ ਮੁਲਕ ਦੀਆਂ ਜ਼ਮੀਨਾਂ ਦਾ ਰਜਿਸਟ੍ਰੇਸ਼ਨ ਜਿਹੜਾ ਆ ਉਹ ਦੁਬਾਰੇ ਕੀਤਾ ਜਾਵੇ, ਕਿਉਂ ਨਾ ਉਹਨਾਂ ਦੀ ਜਿਹੜੀ ਜਮ੍ਹਾਂਬੰਦੀ ਆ, ਦਰਜਾਬੰਦੀ ਆ, ਉਹਨਾਂ ਨੂੰ ਇੱਕ ਵੱਖਰਾ ਨੰਬਰ ਦੇ ਦਿੱਤਾ ਜਾਵੇ। ਹਾਲਾਂਕਿ ਸੁਣਨ ਨੂੰ ਤੇ ਦੇਖਣ ਨੂੰ ਇਹ ਸੋਹਣਾ ਲੱਗਦਾ ਪਰ ਕਰਨ ਨੂੰ ਬੜਾ ਲੰਬਾ ਚੌੜਾ ਤੇ ਇੱਕ ਔਖਾ ਜਿਹੜਾ ਆ ਇਹ ਮਾਮਲਾ ਆ। ਵਨ ਨੇਸ਼ਨ ਵਨ ਡੇਟਾ ਦੇ ਵਿੱਚ ਭਾਰਤ ਸਰਕਾਰ ਸਟੇਟ ਲੈਵਲ ਦੇ ਉੱਤੇ ਇੱਕ ਰਜਿਸਟਰ ਬਿਠਾਵੇਗੀ ਤੇ ਜ਼ਿਲ੍ਹਾ ਲੈਵਲ ਤੇ ਜਾਂ ਬਲਾਕ ਲੈਵਲ ਤੇ ਪਿੰਡ ਲੈਵਲ ਤੇ ਹਰ ਜਨਮ ਤੇ ਹਰ ਮੌਤ ਦਾ ਰਜਿਸਟ੍ਰੇਸ਼ਨ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਪਰਫਾਰਮੇ ਤੇ ਜਾਂ ਕੇਂਦਰ ਸਰਕਾਰ ਦੇ ਦਿੱਤੇ ਹੋਏ ਡਿਜੀਟਲ ਪਲੇਟਫਾਰਮ ਦੇ ਉੱਤੇ ਦਰਜ ਹੋਵੇਗਾ ਤੇ ਨਾਲ ਦੀ ਨਾਲ ਉਹ ਸਾਰਾ ਰਿਕਾਰਡ ਜਿਹੜਾ ਹੈ ਉਹ ਕੇਂਦਰ ਸਰਕਾਰ ਕੋਲ ਪਹੁੰਚਦਾ ਰਹੇਗਾ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਖਬਰਾਂ ਤੇ ਚਰਚਾ ਕਰਨ ਵਾਲਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਤੌਰ ਐਕਸਪਰਟ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਅੱਜ ਫਿਰ ਕੁਝ ਰਾਜਨੀਤਿਕ ਮੁੱਦਿਆਂ ਤੇ ਵਿਚਾਰ ਕਰਾਂਗੇ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸੁਵਲੀਨ ਜੀ, ਬਹੁਤ ਬਹੁਤ ਸ਼ੁਕਰੀਆ। ਸ਼ਰਮਾ ਜੀ, ਸਵੇਰ ਦੀਆਂ ਸਭ ਦੀਆਂ ਨਿਗਾਹਾਂ ਸੀ ਕਿ ਅੱਜ 6000 ਕਰੋੜ ਦਾ ਡਰੱਗ ਮਾਮਲੇ ਦੀ ਸੁਣਵਾਈ ਜਿਹੜੀ ਆ ਹਾਈ ਕੋਰਟ 'ਚ ਹੋਣੀ ਸੀ। ਸਵੇਰ ਤੋਂ ਨਜ਼ਰਾਂ ਲਗਾਈਆਂ ਹੋਈਆਂ ਸੀ ਕਿ ਹੋ ਸਕਦਾ ਅੱਜ STF ਦੀ ਰਿਪੋਰਟ ਖੁੱਲ ਜੇ। ਸਿੱਧੂ ਸਾਹਿਬ ਦਾ ਵੀ ਕੱਲ ਟਵੀਟ ਕਰਕੇ ਜ਼ੋਰ ਲੱਗਾ ਪਿਆ ਸੀ ਤੇ ਆਖਰ ਹੁਣ ਅਦਾਲਤ ਕੀ ਕਹਿੰਦੀ ਹੈ? ਤਾਰੀਖ ਪੇ ਤਾਰੀਖ ਫਿਰ ਤਾਰੀਖ ਬਾਅਦ ਬਿਲਕੁਲ ਜੀ 6 ਦਸੰਬਰ ਨੂੰ ਸੁਣਵਾਈ ਹੋਵੇਗੀ। ਇਸ ਤਾਰੀਖ ਜਿਹੜੀ ਅੱਜ ਦੀ ਤਾਰੀਖ ਪਈ ਆ, ਮੈਨੂੰ ਇਦਾਂ ਜਾਪਦਾ ਕਿ ਉਹਦੀ ਵਜ੍ਹਾ ਜਿਹੜੀ ਕੱਲ ਪਟੀਸ਼ਨ ਪਾਈ ਸੀ ਵਿਕਰਮਜੀਤ ਸਿੰਘ ਮਜੀਠੀਆ ਜੀ ਨੇ ਕਿ ਮੈਨੂੰ ਵੀ ਇਸ ਕੇਸ ਦੇ ਵਿੱਚ ਧਿਰ ਬਣਾਇਆ ਜਾਵੇ ਜੀ, ਤੇ ਉਹ ਐਪਲੀਕੇਸ਼ਨ ਉਸ ਪਟੀਸ਼ਨ ਦਾ, ਉਸ ਐਪਲੀਕੇਸ਼ਨ ਦਾ ਜਿਹੜਾ ਵਿਰੋਧ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ।
ਹਾਲਾਂਕਿ ਵੱਡਾ ਸਵਾਲ ਇਹ ਵੀ ਸੀ ਕਿ ਅੱਜ ਇਹਨਾਂ ਕੋਲ ਤਾਂ ਐਡਵੋਕੇਟ ਜਨਰਲ ਹੀ ਹੈ ਨਹੀਂ ਕੋਈ, ਤੇ ਉੱਥੇ ਜਾਵੇਗਾ ਕੌਣ? ਜੀ। ਤੇ ਹਾਈ ਕੋਰਟ ਦੇ ਬਹੁਤ ਸੀਨੀਅਰ ਤੇ ਬਹੁਤ ਸਿਆਣੇ ਦੁਸ਼ਯੰਤ ਦਵੇ ਇੱਕ ਵਕੀਲ ਨੇ, ਉਹਨਾਂ ਨੂੰ ਭੇਜਿਆ ਗਿਆ ਪੰਜਾਬ ਸਰਕਾਰ ਵੱਲੋਂ, ਕਿਉਂਕਿ ਪੰਜਾਬ ਸਰਕਾਰ ਤੇ ਅੱਜ ਮੱਥਾ ਟੇਕਣ ਗਈ ਹੋਈ ਆ। ਲਾਂਘਾ ਖੁੱਲਿਆ ਜਿਵੇਂ ਸਾਰੇ ਜਾਣਦੇ ਆ, ਤੇ ਚਰਨਜੀਤ ਸਿੰਘ ਚੰਨੀ ਸਮੇਤ ਕੈਬਨਿਟ, ਸਾਰੀ ਕੈਬਨਿਟ ਨਹੀਂ ਗਈ, ਇਹ ਵੀ ਇੱਕ ਖਬਰ ਆ ਜੀ। ਤੇ ਨਵਜੋਤ ਸਿੰਘ ਸਿੱਧੂ ਦੀ ਅਰਜ਼ੀ ਜਿਹੜੀ ਆ ਮਨਜ਼ੂਰ ਨਹੀਂ ਹੋਈ, ਉਹ 2 ਦਿਨ ਬਾਅਦ ਜਾਣਗੇ, ਇਹ ਵੀ ਇੱਕ ਖਬਰ ਸੀ। ਤੇ ਜਿਹੜੀ ਅਸੀਂ STF ਵਾਲੇ, ਤੁਸੀਂ ਕਈ ਹਜ਼ਾਰਾਂ ਕਰੋੜ ਦੇ ਡਰੱਗ ਘਪਲੇ ਦੀ ਗੱਲ ਕਰਦੇ ਆ, ਡਰੱਗ ਵਾਲੇ ਕੇਸ ਦੀ ਗੱਲ ਕਰਦੇ ਆ, ਜਿਹਦੇ ਉੱਤੇ ਰੌਲਾ ਪਾ ਕੇ ਇਹ ਸਰਕਾਰ ਬਣੀ ਸੀ ਜੀ। ਸਭ ਤੋਂ ਵੱਡੀ ਸਹੁੰ ਚੁੱਕੀ ਗਈ ਸੀ ਸਾਡੇ ਲੋਕਤੰਤਰ ਦੇ ਇਤਿਹਾਸ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਜੀ। ਇੱਕ ਧਾਰਮਿਕ ਪੁਸਤਕ ਨੂੰ ਫੜ ਕੇ ਕੈਪਟਨ ਸਾਹਿਬ ਨੇ ਸਹੁੰ ਚੁੱਕੀ ਸੀ ਤੇ ਬੜਾ ਹੋ ਹੱਲਾ ਵੀ ਮਚਿਆ ਸੀ ਜੀ। ਧਾਰਮਿਕ ਹਲਕਿਆਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ, ਤੇ ਸਿਆਸੀ ਹਲਕਿਆਂ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ। ਤੇ ਸਿੱਧੂ ਸਾਹਿਬ ਨੇ ਵੀ ਤੇ ਕੱਲ ਟਵੀਟ ਕਰਕੇ ਇਹੋ ਹੀ ਚੇਤਾ ਕਰਾਇਆ ਸੀ। ਬਿਲਕੁਲ, ਕਿਹਾ ਇਹ ਜਾਂਦਾ ਸੀਗਾ ਕਿ ਇਸ ਸਹੁੰ ਨੂੰ ਚੁੱਕਣ ਦਾ ਕੈਪਟਨ ਸਾਹਿਬ ਦਾ ਕੋਈ ਪਲਾਨ ਨਹੀਂ ਸੀ। ਇਹ ਸਾਰੀ ਜਿਹੜੀ ਕਾਰਜਕਾਰੀ ਸੀ ਉਹ ਪ੍ਰਸ਼ਾਂਤ ਕਿਸ਼ੋਰ ਜਾਂ ਜਿਹੜੇ ਰਣਨੀਤੀਕਾਰ ਅੱਜ ਕੱਲ੍ਹ ਸਕੀਮਾਂ ਇਹਨਾਂ ਨੂੰ ਬਣਾ ਕੇ ਦਿੰਦੇ ਨੇ, ਕਿਸੇ ਨੂੰ ਕਹਿੰਦੇ ਨੇ ਤੁਸੀਂ ਫਲਾਣੇ ਮੰਦਿਰ ਜਾਇਓ, ਕਿਸੇ ਨੂੰ ਕਹਿੰਦੇ ਨੇ ਤੁਸੀਂ ਫਲਾਨੀ ਸੋਟੀ ਫੜ ਲਓ, ਤੇ ਕਿਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਰਾਜਸਥਾਨ ਮੱਥਾ ਟੇਕ ਆਓ। ਜੀ। ਧਰਮ, ਜਾਤੀ, ਫਿਰਕਾ, ਹਲਕਾ, ਵੋਟਾਂ, ਇਹ ਸਾਰੀਆਂ ਸਕੀਮਾਂ ਤੇ ਇਹ ਸਾਰੀਆਂ ਜਿਹੜੀਆਂ ਸਲਾਹਾਂ ਨੇ, ਉਹ ਜਿਹੜੇ ਰਣਨੀਤੀਕਾਰ ਨੇ ਉਹ ਇਹਨਾਂ ਨੂੰ ਦਿੰਦੇ ਨੇ। ਜੀ। ਉਸੇ ਸਹੁੰ ਨੂੰ ਲੈ ਕੇ ਫਿਰ ਉਹਦੀ ਚਰਚਾ ਸ਼ਾਇਦ ਹੀ ਕੋਈ ਦਿਨ, ਕੋਈ ਹਫ਼ਤਾ ਲੰਘਿਆ ਹੋਵੇ ਜਦੋਂ ਪੰਜਾਬ ਦੇ ਵਿੱਚ ਨਾ ਹੋਈ ਹੋਵੇ। ਜੀ। ਕਿਹਾ ਜਾਂਦਾ ਸੀ ਇਦਾਂ, ਅਸਾਰ ਸੀ ਇਸ ਗੱਲ ਦੇ ਕਿ ਜਦੋਂ ਸਰਕਾਰ ਬਣੇਗੀ, 2 ਵਾਰ ਅਕਾਲੀ ਦਲ ਸਰਕਾਰ 'ਚ ਰਹੀ ਸੀ, ਤੇ ਕੈਪਟਨ ਸਾਹਿਬ ਜਦੋਂ ਆਉਣਗੇ ਤਾਂ ਇੱਕ ਨਵੇਂ ਰੂਪ ਦੇ ਵਿੱਚ ਆਉਣਗੇ। ਕੁਝ ਬਦਲਾਵ ਪੰਜਾਬ ਦੀ ਰਾਜਨੀਤੀ ਦੇ ਵਿੱਚ, ਕੁਝ ਬਦਲਾਵ ਪੰਜਾਬ ਦੇ ਹਲਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ, ਜਿਨ੍ਹਾਂ ਚੀਜ਼ਾਂ ਤੋਂ ਪੰਜਾਬੀ ਪਰੇਸ਼ਾਨ ਸੀ, ਚਾਹੇ ਉਹ ਰੇਤ ਮਾਫੀਆ ਸੀ, ਚਾਹੇ ਉਹ ਟਰਾਂਸਪੋਰਟ ਮਾਫੀਆ ਸੀ, ਚਾਹੇ ਉਹ ਕੇਬਲ ਮਾਫੀਆ ਸੀ, ਚਾਹੇ ਉਹ ਰਾਜਨੀਤੀ ਦਾ ਲੋੜੋਂ ਵੱਧ ਦਖਲ ਸੀ ਪੁਲਿਸ ਪ੍ਰਸ਼ਾਸਨ ਦੇ ਵਿੱਚ, ਤੇ ਚਾਹੇ ਉਹ ਨਸ਼ੇ ਵਾਲਾ ਮਸਲਾ ਸੀ। ਉਹਨਾਂ ਸਾਰੀਆਂ ਦੇ ਉੱਤੇ ਕੋਈ ਨਾ ਕੋਈ ਹੱਲ ਜਿਹੜਾ ਉਹ ਹੋਵੇਗਾ। ਪਰ 17 ਦੀਆਂ ਚੋਣਾਂ ਤੋਂ ਬਾਅਦ ਜਿੱਦਾਂ ਹੀ ਕੈਪਟਨ ਸਾਹਿਬ ਨੇ ਗੱਦੀ ਸੰਭਾਲੀ, ਉਹ 4-4.5 ਸਾਲ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ। ਪਤਾ ਇਸ ਕਰਕੇ ਨਹੀਂ ਲੱਗਿਆ ਕਿਉਂਕਿ ਇਦਾਂ ਲੱਗਦਾ ਕਿ ਸੁੱਤੇ ਲੰਘ ਗਏ ਸਰਕਾਰ ਦੇ। ਹੁਣ ਜਦੋਂ ਇਹ ਸਾਡੀ ਸੱਤਾ ਪਰਿਵਰਤਨ ਹੋ ਗਿਆ, ਕੈਪਟਨ ਸਾਹਿਬ ਨੂੰ ਲਾ ਕੇ ਨਵੇਂ ਮੁੱਖ ਮੰਤਰੀ ਬਣਾ ਦਿੱਤਾ ਗਿਆ, ਚੰਨੀ ਸਾਹਿਬ ਨੂੰ, ਤੇ ਹੁਣ ਵੀ ਆਸਾਰ ਸੀ ਇਸ ਗੱਲ ਦੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਕਰਨਗੇ। ਘੱਟੋ ਘੱਟ ਦੌੜ ਦੇ ਵਿੱਚ ਜੇ ਰਿਲੇ ਰੇਸ ਵੀ ਆ, ਜੇ ਉਹ ਇਹ ਪਿਛਲੇ ਚੌਥੇ ਖਿਡਾਰੀ ਵੀ ਹਨ, ਤੇ ਥੋੜਾ ਜਿਹਾ ਫਾਸਲਾ ਘੱਟ ਕਰਨ ਦੀ ਕੋਸ਼ਿਸ਼ ਤਾਂ ਕਰਨਗੇ। ਜੀ। ਇਹ ਫਾਸਲਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਫਾਸਲਾ ਘੱਟ ਹੋ ਵੀ ਰਿਹਾ ਜਾਪਦਾ। ਜੇਕਰ 6 ਮਹੀਨੇ ਪਹਿਲਾਂ ਦੇਖੀਏ ਤਾਂ ਇੰਜ ਲੱਗਦਾ ਸੀ ਕਿ ਸਰਕਾਰ ਜਿਹੜੀ ਆ ਉਹ ਕਾਂਗਰਸ ਤੋਂ ਰਿਪੀਟ ਨਹੀਂ ਹੋਣੀ, ਕਿਉਂਕਿ ਆਪਸੀ ਲੜਾਈ ਬਹੁਤ ਜ਼ਿਆਦਾ ਆ ਤੇ ਕੈਪਟਨ ਦੀ ਕਾਰਜਕਾਰੀ ਜਿਹੜੀ ਆ ਉਹ ਮੰਨਫੀ ਆ। ਫਿਰ ਇੱਕ ਸਮਾਂ ਆਇਆ, ਇਦਾਂ ਲੱਗਦਾ ਸੀਗਾ ਕਿ ਜੇ ਆਮ ਆਦਮੀ ਪਾਰਟੀ ਥੋੜਾ ਜਿਹਾ ਤਰੱਦਦ ਕਰੇ ਤੇ ਸਰਕਾਰ ਉਹਨਾਂ ਦੀ ਬਣ ਸਕਦੀ ਹੈ। ਜੇ ਉਸ ਤੋਂ ਵੀ ਸਾਲ ਕੁ ਪਿੱਛੇ ਚਲੇ ਜਾਈਏ, ਕਿਸਾਨ ਅੰਦੋਲਨ ਦੇ ਸ਼ੁਰੂਆਤ ਤੋਂ ਜੇ ਪਹਿਲਾਂ ਦੇ ਹਾਲਾਤ ਦੇਖੀਏ ਤਾਂ ਬੀਜੇਪੀ ਬਹੁਤ ਸਟਰੋਂਗ ਨਜ਼ਰ ਆਉਂਦੀ ਸੀ ਜੀ। ਤੇ ਜਿੱਦਾਂ ਦੀਆਂ ਧਿਰਾਂ ਸਿਆਸਤ ਦੇ ਵਿੱਚ ਬਣੀਆਂ ਸੀ, ਚਾਹੇ ਉਹ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਛੱਡ ਕੇ ਗਏ ਸੀ, ਚਾਹੇ ਉਹ ਬਾਜਵਾ ਸਾਹਿਬ ਵਾਲੀ ਪਾਰਟੀ ਕਾਂਗਰਸ ਦੇ ਵਿੱਚੋਂ ਵੱਖਰੀ ਚੱਲਦੀ ਸੀ, ਤੇ ਚਾਹੇ ਸੰਯੁਕਤ ਅਕਾਲੀ ਦਲ ਜਿਨ੍ਹਾਂ ਨੇ ਨਾਮ ਵੀ ਬਾਅਦ 'ਚ ਰੱਖਿਆ, ਇਹ ਧੜਾ ਵੀ ਇਦਾਂ ਲੱਗਦਾ ਸੀ ਜਿੱਦਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲਾ ਧੜਾ ਹੀ ਹੈ ਜੀ। ਪਰ ਉਹ ਸਾਰੀਆਂ ਚੀਜ਼ਾਂ ਜਿੱਦਾਂ ਅਸੀਂ ਜਾਣਦੇ ਹਾਂ ਕਿ ਹਾਲਾਤ ਕਦੋਂ ਬਦਲਦੇ ਨੇ, ਕਿਹੜੀ ਰਾਤ ਦੀ ਖਬਰ ਨੇ ਸਵੇਰ ਦਾ ਰੁੱਖ ਬਦਲ ਦੇਣਾ ਸਿਆਸਤ ਵਿੱਚ ਜਾਂ ਆਮ ਜ਼ਿੰਦਗੀ ਵਿੱਚ ਵੀ ਪਤਾ ਨਹੀਂ ਲੱਗਦਾ ਜੀ। ਇਸ ਸਭ ਦੇ ਦੌਰਾਨ ਹੀ ਜਿਹੜਾ ਇਹ ਮੁੱਦਾ ਸੀ ਨਸ਼ੇ ਵਾਲਾ, ਇਹ ਬਹੁਤ ਵੱਡੇ ਰੂਪ ਦੇ ਵਿੱਚ ਸਾਹਮਣੇ ਆਇਆ। ਜਦੋਂ ਤੋਂ ਅਸੀਂ ਜਾਣਦੇ ਹਾਂ ਕਿ ਇਹ ਇੱਕ ਰਿਪੋਰਟ ਜਿਹੜੀ STF ਨੇ ਬਣਾ ਕੇ ਹਾਈ ਕੋਰਟ 'ਚ ਦਰਜ ਕੀਤੀ ਹੋਈ ਹੈ ਤੇ ਸਰਕਾਰ ਕੋਲ ਵੀ ਉਹ ਰਿਪੋਰਟ ਪਈ ਆ। ਸਿੱਧੂ ਸਾਹਿਬ ਕਹਿੰਦੇ ਫਰਵਰੀ 2018 ਦੀ ਨੱਪੀ ਬੈਠੇ ਆ। ਬਿਲਕੁਲ, ਇਸ ਕੇਸ ਦੇ ਉੱਤੇ ਬਹੁਤ ਰੌਲਾ ਪੈ ਚੁੱਕਿਆ। ਜਿਹੜੇ ਬੰਦੇ ਫੜੇ ਗਏ ਸੀ ਉਹਨਾਂ ਨੇ ਸਾਫ਼ ਮਜੀਠੀਆ ਸਾਹਿਬ ਦਾ ਨਾਮ ਇਹਦੇ ਵਿੱਚ ਲਿਆ ਸੀ। ਬੀਬੀ ਸਿੱਧੂ ਨੇ ਵੀ ਮਜੀਠੀਆ ਜੀ ਦਾ ਨਾਮ ਜਿਹੜਾ ਆ ਉਹ ਸਾਫ਼ ਤੌਰ ਤੇ ਲਿਆ ਸੀ ਬੀਤੇ ਦਿਨਾਂ 'ਚ। ਬਿਲਕੁਲ, ਬੀਬੀ ਸਿੱਧੂ ਨੇ ਤਾਂ ਪਿਛਲੇ ਹਫ਼ਤੇ ਜਿਸ ਦਿਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਠੋਕੋ ਤਾਲੀ ਜਾਂ ਉਹ ਕੁਝ ਮਜ਼ਾਕ ਜਿਹਾ ਕੀਤੇ, ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਵੀ ਬਹੁਤਾ ਸ਼ੋਰਗੁਲ ਨਾ ਕਰੋ, ਜਿਸ ਦਿਨ STF ਵਾਲੀ ਰਿਪੋਰਟ ਜਾਂਚ ਸਾਹਮਣੇ ਆਉਣੀ ਆ ਤੁਸੀਂ ਵੀ ਇਸੇ ਭੀੜ ਦੇ ਵਿੱਚ ਗਵਾਚੇ ਫਿਰਨਾ, ਤੁਹਾਨੂੰ ਵੀ ਜਗ੍ਹਾ ਨਹੀਂ ਲੱਭਣੀ ਲੋਕਾਂ ਨੂੰ ਜੀ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਰਾਜਨੀਤੀ ਵਾਲੇ ਲੋਕ ਕਰਦੇ ਰਹਿੰਦੇ ਨੇ ਉਹ ਦੇਖਣ ਨੂੰ ਮਿਲੀਆਂ।
ਪਰ ਗੱਲ ਹੁਣ ਇਸ ਗੱਲ ਤੇ ਖੜੀ ਆ ਕਿ ਜਦੋਂ ਐਸਟੀਐਫ ਨੇ ਇੱਕ ਜਾਂਚ ਕਰਕੇ ਸਰਕਾਰ ਨੂੰ ਦੇ ਦਿੱਤੀ ਜੀ, ਹਾਈ ਕੋਰਟ ਇਹ ਗੱਲ ਬਾਰ-ਬਾਰ ਕਹਿ ਚੁੱਕਿਆ ਕਿ ਅਸੀਂ ਇਸ ਜਾਂਚ ਦੇ ਉੱਤੇ ਕਿਤੇ ਵੀ ਕੋਈ ਸਟੇ ਨਹੀਂ ਲਾਈ। ਜਾਂਚ ਸਰਕਾਰ ਕੋਲ ਆ, ਸਰਕਾਰ ਉਸ ਰਿਪੋਰਟ ਨੂੰ ਜਨਤਕ ਨਹੀਂ ਕਰ ਰਹੀ, ਰੌਲਾ ਰੋਜ਼ ਪੈ ਰਿਹਾ। ਸਿੱਧੂ ਸਾਹਿਬ ਦੇ ਉਂਗਲੀਆਂ ਘਸ ਗਈਆਂ ਟਵੀਟ ਕਰਦਿਆਂ ਪਤਾ ਨਹੀਂ ਉਹ ਆਪ ਕਰਦੇ ਨੇ ਜਾਂ ਕੋਈ ਬੰਦਾ ਰੱਖਿਆ ਜਿੱਥੋਂ ਕਰਵਾਉਂਦੇ ਨੇ, ਪਰ ਟਵੀਟ ਉਹਨਾਂ ਨੇ ਬੜੇ ਕੀਤੇ ਇਸ ਮਸਲੇ ਦੇ ਵਿੱਚ। ਜਨਤਕ ਤੌਰ ਤੇ ਵੀ ਬਹੁਤ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ, ਪਰ ਸਰਕਾਰ ਦੀ ਕੀ ਮਜਬੂਰੀ ਆ ਤੇ ਕੀ ਉਹਨਾਂ ਦੀ ਮਨਸ਼ਾ ਆ, ਇਹ ਗੱਲ ਜਿਹੜੀ ਆ ਉਹ ਸਿੱਧ ਨਹੀਂ ਹੋ ਰਹੀ। ਅਕਾਲੀ ਦਲ ਨੂੰ ਇਸ ਗੱਲ ਤੋਂ ਭੰਬਲ ਭੂਸਾ ਜ਼ਰੂਰ ਆ ਕਿ ਸਾਡੇ ਤੇ ਇਸ ਮੁੱਦੇ ਦੀ, ਇਸ ਮਸਲੇ ਦੀ ਜਿਹੜੀ ਗਾਜ ਆ ਉਹ ਡਿੱਗਣੀ ਆ। ਪਿਛਲੀ ਤਰੀਕ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀਗਾ ਕਿ ਸਾਡੇ ਤੇ ਸਾਨੂੰ ਸਾਡੇ ਲੀਡਰਾਂ ਨੂੰ, ਸਾਡੀ ਟੌਪ ਲੀਡਰਸ਼ਿਪ ਨੂੰ ਇਸ ਮੁੱਦੇ ਦੇ ਵਿੱਚ ਰਾਜਨੀਤਿਕ ਵੈਂਡੇਟਾ ਬਣਾ ਕੇ ਤੇ ਅੰਦਰ ਦਿੱਤੇ ਜਾਣ ਦਾ ਖਦਸ਼ਾ ਆ ਜੀ। ਬਿਲਕੁਲ ਇੰਜ ਹੀ ਜਾਪਦਾ ਸੀ ਕਿ ਅੱਜ ਕੱਲ ਜਿਹੜੀ ਪਟੀਸ਼ਨ ਪਾਈ ਆ ਮਜੀਠੀਆ ਸਾਹਿਬ ਨੇ, ਉਹ ਵੀ ਇਸੇ ਲੜੀ ਦਾ ਅਗਲਾ ਹਿੱਸਾ ਆ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇਕਰ ਉਹ ਪਟੀਸ਼ਨ ਖਾਰਜ ਹੋ ਜਾਂਦੀ ਆ ਤੇ ਫਿਰ ਤੇ ਠੀਕ ਆ, ਜੇਕਰ ਉਹ ਪਟੀਸ਼ਨ ਮਨਜ਼ੂਰ ਹੁੰਦੀ ਆ ਤੇ ਉਹਨਾਂ ਨੂੰ ਧਿਰ ਬਣਾ ਲਿਆ ਜਾਂਦਾ, ਫਿਰ ਉਹਨਾਂ ਨੂੰ ਟਾਈਮ ਮਿਲਣਾ ਆ ਜਵਾਬ ਦਾਵਾ ਦੇਣ ਦਾ। ਤੇ ਜੇਕਰ ਇੱਕ ਧਿਰ ਨੂੰ ਜਵਾਬ ਦਾਵਾ ਦੇਣ ਦਾ ਟਾਈਮ ਮਿਲ ਗਿਆ ਸਵਲੀਨ ਜੀ, ਫਿਰ ਤੁਸੀਂ ਇੰਨੀ ਗੱਲ ਯਕੀਨ ਨਾਲ ਕਹਿ ਸਕਦੇ ਹਾਂ ਅਸੀਂ, ਕਿਉਂਕਿ ਕਾਨੂੰਨੀ ਜਾਣਕਾਰੀਆਂ ਬਹੁਤੀਆਂ ਤਾਂ ਨਹੀਂ ਹੈਗੀਆਂ, ਫਿਰ ਵੀ ਜਿੰਨਾ ਕੁ ਵਕੀਲ ਭਾਈਚਾਰੇ ਨਾਲ ਵਾਹ ਵਾਸਤਾ ਪੈਂਦਾ, ਉਹਨਾਂ ਨੂੰ ਮਹੀਨੇ ਡੇਢ ਮਹੀਨੇ ਦਾ ਟਾਈਮ ਜਵਾਬ ਦਾਵਾ ਦੇਣ ਲਈ ਮਿਲ ਜਾਣਾ ਜੀ। ਤੇ ਜੇਕਰ ਇੰਨਾ ਜਵਾਬ ਦਾਵਾ ਦੇਣ ਲਈ ਟਾਈਮ ਮਿਲ ਜਾਂਦਾ ਆ, ਫਿਰ ਜਿਹੜੀ ਕਹਾਣੀ ਆ ਇਹ ਚੋਣਾਂ ਤੋਂ ਪਾਰ ਜਾ ਖਲੋਣੀ ਹੈ ਜੀ। ਜੀ, ਅੱਜ ਦੀ ਸੁਣਵਾਈ ਤੋਂ ਪਹਿਲਾਂ ਕੱਲ ਨਵਜੋਤ ਸਿੰਘ ਸਿੱਧੂ ਨੇ ਕਾਫੀ ਸਾਰੇ ਟਵੀਟ ਕੀਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ, ਤੇ ਰਵਨੀਤ ਸਿੰਘ ਬਿੱਟੂ ਅੱਗੋਂ ਉਹਨਾਂ ਨੂੰ ਨਸੀਹਤ ਦਿੰਦੇ ਨਜ਼ਰ ਆਏ। ਦੇਖੋ, ਜਿਹੜੇ ਟਵੀਟਸ ਦੀ ਗੱਲ ਅਸੀਂ ਕੀਤੀ ਆ, ਜਿਹੜੇ ਸਿੱਧੂ ਸਾਹਿਬ ਨੇ ਕੀਤੇ ਨੇ, ਉਹ ਬੀਤੇ ਦਿਨਾਂ 'ਚ ਵੀ ਕਰਦੇ ਰਹੇ ਨੇ। ਇਸੇ ਕੜੀ ਕਰਕੇ, ਇਹਨਾਂ ਟਵੀਟਾਂ ਕਰਕੇ ਹੀ ਉਹਨਾਂ ਦੇ ਉੱਤੇ ਕੰਟੈਂਪਟ ਆਫ ਕੋਰਟ ਦੀ ਇੱਕ ਐਪਲੀਕੇਸ਼ਨ ਵੀ ਹਰਿਆਣਾ ਏਜੀ ਕੋਲ ਪਈ ਆ, ਜਿਹਦੇ ਤੇ ਸੁਣਵਾਈ ਮੇਰੇ ਖਿਆਲ 25 ਤਰੀਕ ਨੂੰ ਹੋਣੀ ਆ ਜੀ। ਉਹ ਵੀ ਇੱਕ ਬਾਰ ਦੇ ਵਕੀਲ ਨੇ, ਕੋਈ ਬਾਜਵਾ ਸਾਹਿਬ ਨੇ, ਉਹਨਾਂ ਨੇ ਪਟੀਸ਼ਨ ਪਾਈ ਆ ਕਿ ਇਹ ਹਰ ਇੱਕ ਤਰੀਕ ਤੋਂ ਪਹਿਲਾਂ ਬੋਲਦੇ ਨੇ ਤੇ ਅਦਾਲਤ ਦੀ ਕੰਮਕਾਜ ਦੇ ਵਿੱਚ ਵਿਘਨ ਖੜਾ ਕਰਦੇ ਨੇ। ਉਹ ਕਾਨੂੰਨੀ ਪ੍ਰਕਿਰਿਆ ਆ, ਉਹ ਕਰਦੇ ਨੇ, ਨਹੀਂ ਕਰਦੇ ਨੇ, ਐਡਵੋਕੇਟ ਜਨਰਲ ਸਾਹਿਬ ਸੁਣਨਗੇ, ਜੇ ਉਹਨਾਂ ਨੂੰ ਲੱਗਦਾ ਹੋਇਆ ਤਾਂ ਕੇਸ ਦਰਜ ਹੋਵੇਗਾ, ਫਿਰ ਉਹ ਇੱਕ ਨਵੀਂ ਪ੍ਰਕਿਰਿਆ ਹੈ, ਪਰ ਉਹਦੇ ਵੀ ਛੇਤੀ ਕਿਤੇ ਹੱਲ ਹੋਣ ਦੀ ਆਸਾਰ ਨਜ਼ਰ ਨਹੀਂ ਆਉਂਦੇ। ਪਰ ਅੱਜ ਕਿਉਂਕਿ ਸੁਣਵਾਈ ਸੀ ਤੇ ਸਿੱਧੂ ਸਾਹਿਬ ਨੇ ਕੱਲ ਫਿਰ ਉਸੇ ਲੜੀ ਦੇ ਦੌਰਾਨ ਜਿਹੜੇ ਟਵੀਟ ਆ ਉਹ ਜ਼ਰੂਰ ਕੀਤੇ ਜੀ। ਪਰ ਇਸ ਵਾਰ ਟਵੀਟ ਉਹਨਾਂ ਨੇ ਇਸ ਤਰੀਕੇ ਨਾਲ ਕੀਤੇ ਕਿ ਉਹਨਾਂ ਨੂੰ ਸਰਕਾਰ ਨੂੰ ਘੇਰਿਆ, ਹਾਈ ਕੋਰਟ ਨੂੰ ਕੁਝ ਨਹੀਂ ਕਿਹਾ, ਪਿਛਲਿਆਂ ਦੇ ਵਿੱਚ ਵੀ ਕੁਝ ਨਹੀਂ ਕਿਹਾ ਸੀ, ਪਰ ਇਸ ਵਾਰ ਉਹਨਾਂ ਨੇ ਆਪਣੀ ਸਰਕਾਰ ਨੂੰ ਕਿਹਾ ਕਿ ਕਿਉਂ ਤੁਸੀਂ ਉਹ ਰਿਪੋਰਟ ਜਨਤਕ ਨਹੀਂ ਕਰਦੇ ਜੀ। ਇਹ ਗੱਲ ਉਹਨਾਂ ਨੇ ਪਿਛਲੀ ਵਾਰ ਜਦੋਂ ਕਹੀ ਸੀ, ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਪਾਰਟੀ ਪ੍ਰਧਾਨ ਦੇ ਨਾਤੇ ਮੈਨੂੰ ਦੇ ਦਿਓ, ਮੇਰੀਆਂ ਲੱਤਾਂ ਭਾਰ ਝੱਲਦੀਆਂ ਜੇ ਤੁਹਾਡੀਆਂ ਥਿੜਕਦੀਆਂ ਤਾਂ। ਇਹੋ ਗੱਲ ਤੇ ਬਿੱਟੂ ਸਾਹਿਬ ਕਹਿ ਰਹੇ ਨੇ ਕਿ ਟਵੀਟ ਵੀ ਕਰ ਰਹੇ ਆ ਤੇ ਪ੍ਰਧਾਨਗੀ ਦੇ ਅਹੁਦੇ ਦਾ ਇਸਤੇਮਾਲ ਕਰਕੇ ਕੁਝ ਮੁੱਦੇ ਹੱਲ ਵੀ ਕਰ ਲਓ। ਦੇਖੋ, ਬਿੱਟੂ ਸਾਹਿਬ ਹਾਲਾਂਕਿ ਜਿਸ ਸਿਆਸਤ ਦੇ ਘਰਾਣੇ ਚੋਂ ਆਉਂਦੇ ਆ ਉਹ ਬਹੁਤ ਵੱਡਾ ਆ, ਬੇਅੰਤ ਸਿੰਘ ਦੇ ਪੋਤਰੇ ਨੇ, ਮੈਂਬਰ ਪਾਰਲੀਮੈਂਟ ਵੀ ਨੇ ਦੂਸਰੀ ਵਾਰ, ਪਰ ਜਦੋਂ ਉਹ ਬੋਲਦੇ ਨੇ ਤਾਂ ਇੰਜ ਲੱਗਦਾ ਜਿੱਦਾਂ ਉਹ ਹਾਲੇ ਸਿਆਸਤ ਵਿੱਚ ਪਹਿਲੀ ਵਾਰ ਹੀ ਬੋਲ ਰਹੇ ਨੇ। ਉਹਨਾਂ ਨੇ ਕਦੋਂ ਕਿਹੜੇ ਪਾਸੇ ਬੋਲਣਾ ਆ, ਇਸ ਗੱਲ ਦਾ ਕੋਈ ਤੌਰ ਤਰੀਕਾ, ਕੁਝ ਵੀ ਚੀਜ਼ ਜਿਹੜੀ ਆ ਉਹਦੀ ਫਾਈਨਲ ਨਹੀਂ ਹੁੰਦੀ। ਉਹਨਾਂ ਨੇ ਕੱਲ ਵੀ ਇਹੀ ਗੱਲ ਕੀਤੀ ਕਿ ਟਵੀਟ ਕਰੋ, ਇਹ ਵੱਖਰੀ ਗੱਲ ਆ, ਚੰਗੀ ਗੱਲ ਆ, ਤੁਸੀਂ ਟਵੀਟ ਵੀ ਕਰੋ, ਪਰ ਇਹਦੇ ਨਾਲ ਦੀ ਨਾਲ ਤੁਸੀਂ ਇਸ ਮਸਲੇ ਲਈ ਚਰਨਜੀਤ ਸਿੰਘ ਚੰਨੀ ਨਾਲ ਬੈਠ ਕੇ ਵੀ ਗੱਲ ਕਰੋ ਤੇ ਇਸ ਮੁੱਦੇ ਨੂੰ ਸੁਲਝਾਇਆ ਜਾਵੇ ਜੀ। ਜਿੰਨੀ ਵਾਰ ਇਸ ਮੁੱਦੇ ਨੂੰ ਨਵਜੋਤ ਸਿੰਘ ਸਿੱਧੂ ਨੇ ਪਬਲਿਕਲੀ ਉਠਾਇਆ, ਉਸ ਤੋਂ ਬਾਅਦ ਹੁਣ ਤੱਕ ਇਹ ਜਿਹੜੀ ਰਿਪੋਰਟ ਆ ਇਹ ਜਨਤਕ ਹੋ ਜਾਣੀ ਚਾਹੀਦੀ ਸੀ। ਤੇ ਜਿਸ ਤਰੀਕੇ ਬੀਬੀ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਮੈਂ ਉਹ ਰਿਪੋਰਟ ਪੜ੍ਹੀ ਹੋਈ ਆ, ਤੇ ਜਿੱਦਾਂ ਦੀਆਂ ਉਹਨਾਂ ਨੇ ਹੋਰ ਗੱਲਾਂ ਕੀਤੀਆਂ, ਅੱਜ ਵੀ ਉਹ ਇੱਕ ਸਵਾਲ ਦੇ ਜਵਾਬ ਦੇ ਵਿੱਚ ਅਫੀਮ ਨੂੰ ਲੈ ਕੇ ਕੁਝ ਗੱਲਾਂ ਕਰਦੇ ਨਜ਼ਰ ਆਏ। ਇਹਨਾਂ ਸਾਰੀਆਂ ਗੱਲਾਂ ਤੋਂ ਇੰਜ ਸਾਬਤ ਹੁੰਦਾ ਆ ਕਿ ਇਹ ਸਿੱਧੂ ਜੋੜਾ ਤੇ ਸਾਰੀਆਂ ਚੀਜ਼ਾਂ ਦਾ ਹੱਲ ਜ਼ਰੂਰ ਚਾਹੁੰਦਾ ਆ, ਪਰ ਸਿਆਸਤ ਦੇ ਵਿੱਚ ਸੱਤਾਧਾਰੀ ਧਿਰ ਦੀ ਕੀ ਮਜਬੂਰੀ ਆ, ਕੀ ਮਨਜ਼ੂਰੀ ਆ, ਕੀ ਉਹਨਾਂ ਦੀ ਮਨਸ਼ਾ ਆ, ਇਹਦੇ ਬਾਰੇ ਤੇ ਉਹੀ ਦੱਸ ਸਕਦੇ ਨੇ। ਪਰ ਇੰਨਾ ਲੰਬਾ ਸਮੇਂ ਤੱਕ ਜਦੋਂ ਕੋਈ ਰਿਪੋਰਟਾਂ ਜਿਹੜੀਆਂ ਆ ਉਹ ਜੱਗ ਜ਼ਾਹਿਰ ਨਹੀਂ ਹੁੰਦੀਆਂ, ਹਰ ਆਮ ਖਾਸ ਬੰਦੇ ਨਾਲ ਜੁੜਿਆ ਹੋਇਆ ਮਸਲਾ ਆ ਨਸ਼ਾ। ਮੈਂ ਇਸ ਗੱਲ ਦਾ ਦਾਅਵਾ ਕਰ ਸਕਦਾ ਕਿ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇ ਜਿੱਥੇ ਨਸ਼ੇ ਨਾਲ ਕੋਈ ਮੌਤ ਨਾ ਹੋਈ ਹੋਵੇ। ਤੇ ਇਹ ਨਸ਼ਾ ਘਟਾਉਣ ਦੀਆਂ ਗੱਲਾਂ ਕਰਦੇ ਸੀ ਕੈਪਟਨ ਸਾਹਿਬ, ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ, ਫਿਰ ਨਸ਼ੇ ਦਾ ਲੱਕ ਤੋੜਨ ਦੀਆਂ ਗੱਲਾਂ ਕਰਨ ਲੱਗ ਪਏ। ਪਰ ਹਾਲਾਤ ਇਹ ਨੇ ਕਿ ਜੇਕਰ ਅਸੀਂ ਕ੍ਰਾਈਮ ਬਿਊਰੋ ਦਾ ਡੇਟਾ ਦੇਖੀਏ ਤੇ ਨਸ਼ਾ ਜਿਹੜਾ ਆ ਉਹ ਪਿਛਲੇ ਸਮੇਂ ਦੇ ਵਿੱਚ ਵਧਿਆ ਆ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਵੈਸੇ ਤੇ ਵੋਟਾਂ ਆਉਣ ਵਾਲੀਆਂ ਨੇ, ਅੱਜ ਕੱਲ ਮਾਮਲੇ ਕੋਈ ਨਾ ਕੋਈ ਭਖਦਾ ਹੀ ਰਹਿੰਦਾ ਇੱਕ ਤੋਂ ਬਾਅਦ ਇੱਕ, ਪਰ ਪਟਿਆਲਾ ਮੇਅਰ ਦਾ ਮਾਮਲਾ ਇੰਨੀ ਦਿਨੀ ਬਹੁਤ ਭਖਿਆ ਹੋਇਆ ਆ, ਬਹੁਤ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਇਸ ਮਾਮਲੇ 'ਚ। ਸੰਦੀਪ ਕੁਮਾਰ ਬਿੱਟੂ ਜਿਹੜੇ ਪਟਿਆਲੇ ਦੇ ਮੇਅਰ ਨੇ, ਉਹ ਦੱਸਿਆ ਜਾਂਦਾ ਕਿ ਕੈਪਟਨ ਦੇ ਖੇਮੇ 'ਚੋਂ ਉਹਨਾਂ ਦਾ ਨਾਮ ਬੋਲਦਾ ਜੀ। ਉਹਨਾਂ ਦੀ ਜਗ੍ਹਾ ਤੇ ਕਿਹਨੂੰ ਮੇਅਰ ਬਣਾਇਆ ਜਾਵੇਗਾ ਇਹ ਤੇ ਹੱਲੇ ਸਾਬਤ ਨਹੀਂ ਹੋਇਆ, ਹੱਲੇ ਤੱਕ ਗੱਲ ਇੱਥੇ ਤੱਕ ਨਹੀਂ ਪਹੁੰਚੀ, ਪਰ ਰੌਲਾ ਜਿਹੜਾ ਆ ਉਹ ਕਾਫੀ ਦਿਨਾਂ ਤੋਂ ਭਖਿਆ ਹੋਇਆ ਜੀ। ਤੇ ਇੱਕ ਗੱਲ ਹੋਰ ਵੀ ਆ ਇਸ ਮਸਲੇ ਦੇ ਵਿੱਚ ਸਵਲੀਨ ਜੀ, ਕਿ ਇੱਥੇ ਹੁਣ ਕੈਪਟਨ ਸਾਹਿਬ ਨਜ਼ਰ ਘੱਟ ਆ ਰਹੇ ਆ, ਬੀਬੀ ਪ੍ਰਨੀਤ ਕੌਰ ਜ਼ਿਆਦਾ ਮੂਹਰੇ ਆ ਰਹੀ ਆ। ਤੇ ਦੇਖੋ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੋਈ ਨੋਟਿਸ ਦੇਖੋ ਹਾਈ ਕਮਾਂਡ ਤੋਂ ਕਿ ਬੀਬੀ ਪ੍ਰਨੀਤ ਕੌਰ ਦੇ ਉੱਤੇ ਹੀ ਕੋਈ ਚਿੱਠੀ ਆ ਜਾਵੇ ਕਿ ਤੁਹਾਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਚੋਂ ਬਾਹਰ ਕੱਢਿਆ ਜਾਂਦਾ ਹੈ। ਜੇਕਰ ਹਾਈ ਕਮਾਂਡ ਇਹੋ ਜਿਹਾ ਕੁਝ ਕਰਦਾ ਹੈ ਤਾਂ ਇੱਕ ਵੱਡੀ ਘਟਨਾ ਹੋਵੇਗੀ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਹਾਈ ਕਮਾਂਡ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ। ਪੰਜਾਬ ਕਾਂਗਰਸ ਦੇ ਵੱਡੇ ਵੱਡੇ ਚਿਹਰੇ ਵੀ ਇਸ ਮਸਲੇ ਨੂੰ ਲੈ ਕੇ ਨਰਮ ਨਜ਼ਰ ਆਏ ਕਿ ਕੈਪਟਨ ਸਾਹਿਬ ਜੇਕਰ ਵਾਪਸੀ ਕਰ ਲੈਣ ਤਾਂ ਇੱਕ ਚੰਗੀ ਗੱਲ ਹੋਵੇਗੀ। ਰਾਜਕੁਮਾਰ ਵੇਰਕਾ ਜਾਂ ਹੋਰ ਵੀ ਕਾਫੀ ਸਾਰੇ ਲੋਕ ਇਸ ਕਵਾਇਦ ਦੇ ਵਿੱਚ ਰਹੇ ਕਿ ਕੈਪਟਨ ਸਾਹਿਬ ਨੇ ਜੇਕਰ ਪਾਰਟੀ ਦੇ ਵਿੱਚ ਉਹਨਾਂ ਨੂੰ ਸਿਖਰ ਦਾ ਅਹੁਦਾ ਉਹਨਾਂ ਤੋਂ ਲੈ ਵੀ ਲਿਆ ਗਿਆ ਤੇ ਉਹ ਪਾਰਟੀ 'ਚ ਵਾਪਸੀ ਕਰ ਸਕਦੇ ਨੇ। ਪਰ ਕੈਪਟਨ ਸਾਹਿਬ ਨੇ ਬਹੁਤ ਵਾਰ ਇਸ ਮਸਲੇ ਨੂੰ ਤੋੜ ਦਿੱਤਾ ਹੈ ਕਿ ਮੇਰਾ ਹੁਣ ਪਾਰਟੀ ਨੂੰ ਮੈਂ ਛੱਡ ਚੁੱਕਿਆ, ਅਸਤੀਫਾ ਮੈਂ ਦੇ ਚੁੱਕਿਆ ਤੇ ਮੈਂ ਆਪਣੀ ਪਾਰਟੀ ਬਣਾਉਣ ਦਾ ਜਿਹੜਾ ਪ੍ਰੋਗਰਾਮ ਆ ਉਹ ਬਣਾ ਲਿਆ। ਤੇ ਉਸੇ ਦਿਨ ਹੀ ਇਹ ਸਵਾਲ ਜਿਹੜਾ ਆ ਉਹ ਪ੍ਰਖਰ ਰੂਪ ਦੇ ਵਿੱਚ ਬਹੁਤ ਉੱਭਰ ਕੇ ਸਾਹਮਣੇ ਆਇਆ ਸੀ ਕਿ ਤੁਸੀਂ ਤੇ ਪਾਰਟੀ ਛੱਡਤੀ ਜਾਂ ਤੁਹਾਡੇ ਤੋਂ ਪਾਰਟੀ ਨੇ ਮੁੱਖ ਮੰਤਰੀ ਦਾ ਅਹੁਦਾ ਲੈ ਲਿਆ, ਕਿਉਂਕਿ 4.5 ਸਾਲ ਤੁਸੀਂ ਸਿਸਵਾ ਫਾਰਮ ਦੇ ਵਿੱਚ ਇੱਕ ਵੱਖਰਾ ਮਹਿਲ ਬਣਾ ਕੇ ਤੇ ਆਪਣੀ ਜ਼ਿੰਦਗੀ ਦੇ 4.5 ਸਾਲ ਜਿਹੜੇ ਗੁਜ਼ਾਰੇ ਸੱਤਾ ਦਾ ਤੁਸੀਂ ਸੁੱਖ ਪੂਰਾ ਲਿਆ ਤੇ ਲੋਕ ਤੁਹਾਡੇ ਮੂੰਹ ਵੱਲ ਵੇਖਦੇ ਰਹੇ। ਹੁਣ ਜਿਹੜੀ ਹਰ ਹਫ਼ਤੇ ਕੈਬਨਿਟ ਦੀ ਮੀਟਿੰਗ ਹੁੰਦੀ ਆ ਉਹ ਉਦੋਂ ਕਦੇ ਨਜ਼ਰ ਨਹੀਂ ਆਈ, ਕਦੇ ਸੁਣੀ ਵੀ ਨਹੀਂ ਕਿਸੇ ਨੇ ਜੀ। ਤੇ ਬਹੁਤ ਸਾਰੀਆਂ ਚਿੱਠੀਆਂ ਤੁਹਾਨੂੰ ਕਦੇ ਬਾਜਵਾ ਸਾਹਿਬ ਨੇ ਲਿਖੀਆਂ, ਕਦੀ ਪ੍ਰਗਟ ਸਿੰਘ ਨੇ ਲਿਖੀਆਂ, ਤੁਸੀਂ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਪਰ ਸਵਾਲ ਇਹ ਉੱਠ ਕੇ ਸਾਹਮਣੇ ਆਇਆ ਉਹਨਾਂ ਦੇ ਗੱਦੀ ਛੱਡਣ ਤੋਂ ਬਾਅਦ ਜਾਂ ਉਹਨਾਂ ਨੂੰ ਗੱਦੀ ਤੋਂ ਲਾਉਣ ਤੋਂ ਬਾਅਦ ਕਿ ਪ੍ਰਨੀਤ ਕੌਰ ਦਾ ਜਿਹੜਾ ਸਿਆਸੀ ਭਵਿੱਖ ਆ ਉਹ ਕਿੱਧਰ ਜਾਵੇਗਾ। ਕੀ ਉਹ ਅਸਤੀਫਾ ਦੇਣਗੇ? ਕੀ ਹਾਈ ਕਮਾਂਡ ਉਹਨਾਂ ਤੋਂ ਅਸਤੀਫਾ ਮੰਗੇਗੀ? ਕੀ ਉਹ ਆਪ ਪਾਰਟੀ ਛੱਡ ਕੇ ਕੈਪਟਨ ਸਾਹਿਬ ਦੀ ਪਾਰਟੀ 'ਚ ਸ਼ਾਮਲ ਹੋਣਗੇ? ਇੱਕ ਦਿਨ ਪੱਤਰਕਾਰਾਂ ਨੇ ਵੀ ਇੱਕ ਸਵਾਲ ਪੁੱਛਿਆ ਸੀ ਤੇ ਕੈਪਟਨ ਸਾਹਿਬ ਨੇ ਬੜਾ ਅਜੀਬ ਜਿਹਾ ਜਵਾਬ ਦਿੱਤਾ ਸੀ, ਉਹ ਤੁਸੀਂ ਮੈਨੂੰ ਦੱਸਿਆ ਵੀ ਸੀ ਕਿ ਉਹ ਕਹਿੰਦੇ ਸੀ ਡੋਂਟ ਆਸਕ ਮੀ ਸੱਚ ਫੁਲਿਸ਼ ਕੁਐਸਚਨਸ ਜੀ। ਸੋ ਉਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਲੱਗਦਾ ਸੀਗਾ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਪ੍ਰਨੀਤ ਕੌਰ ਤੇ ਵੀ ਕੋਈ ਘਟਨਾਕ੍ਰਮ ਜਿਹੜਾ ਹੋ ਸਕਦਾ ਜੀ। ਇਸੇ ਸਿਲਸਿਲੇ ਦੇ ਵਿੱਚ ਅਸੀਂ 2-3 ਦਿਨ ਪਹਿਲਾਂ 2 ਟੈਲੀਵਿਜ਼ਨਾਂ ਦੇ ਉੱਤੇ ਅਲੱਗ-ਅਲੱਗ ਫੋਟੋਗ੍ਰਾਫ ਦੇਖੀਆਂ ਸੀ। ਇੱਕ ਪਾਸੇ ਕੈਪਟਨ ਸਾਹਿਬ ਦੇ ਨਾਲ ਪ੍ਰਨੀਤ ਕੌਰ ਬੈਠੇ ਆ ਤੇ 15-20 ਕਾਉਂਸਲਰ ਉਧਰਲੇ ਪਾਸੇ ਬੈਠੇ ਨੇ, ਤੇ ਇਦਾਂ ਹੀ ਬ੍ਰਹਮ ਮਹਿੰਦਰਾ ਜਿਹੜੇ ਕਿ ਕੈਬਨਿਟ 'ਚ ਮੈਂਬਰ ਨੇ ਉਹ ਬੈਠੇ ਸੀ ਤੇ ਕੁਝ ਕਾਉਂਸਲਰ ਉਹਨਾਂ ਨਾਲ ਬੈਠੇ ਸੀ ਤੇ ਨਾਅਰੇ ਲਗਾਉਂਦੇ ਸੀ। ਤੇ ਇਹ ਵੀ ਸੁਣਿਆ ਗਿਆ ਬ੍ਰਹਮ ਮਹਿੰਦਰਾ ਨੂੰ ਕਹਿੰਦੇ ਹੋਏ ਕਾਉਂਸਲਰਸ ਨੂੰ ਕਿ ਨਾਅਰੇ ਜਿਹੜੇ ਆ ਉਹ ਚੰਨੀ ਸਾਹਿਬ ਦੇ ਨਾਂ ਦੇ ਲਾਓ। ਹੋ ਸਕਦਾ ਗਲਤੀ ਨਾਲ ਕਈਆਂ ਦੇ ਮੂੰਹ 'ਚੋਂ ਕੈਪਟਨ ਸਾਹਿਬ ਨਿਕਲਦਾ ਹੋਵੇ, ਕਿਉਂਕਿ ਪਟਿਆਲੇ ਦੇ ਨੇ, ਉਸੇ ਸ਼ਹਿਰ ਦੇ ਨੇ ਤੇ ਸਾਰਾ ਸਮਾਂ ਜਿਹੜਾ ਸਿਆਸੀ ਉਹਨਾਂ ਦਾ ਕੈਰੀਅਰ ਆ ਉਹ ਉਸੇ ਵੱਡੇ ਦਰਖਤ ਥੱਲੇ ਰਿਹਾ ਜਿਹੜਾ ਕਿ ਕੈਪਟਨ ਸਾਹਿਬ ਦਾ ਸੀ। ਹੁਣ ਅਸਾਰ ਇਸ ਗੱਲ ਦੇ ਨੇ ਕਿ ਉਹਨਾਂ ਨੂੰ ਉੱਥੇ ਜਿਹੜਾ ਮਤਾ ਆ ਪਾ ਦਿੱਤਾ ਜਾਵੇਗਾ ਕੌਂਸਲ ਦੇ ਨਗਰ ਨਿਗਮ ਦੇ ਵਿੱਚ, ਤੇ ਵੋਟਾਂ ਜੇ ਗਿਣਤੀ 'ਚ ਘਟਦੀਆਂ ਨੇ ਤੇ ਪਟਿਆਲੇ ਦਾ ਜਿਹੜਾ ਮੇਅਰ ਆ ਉਹ ਬਦਲਿਆ ਜਾਵੇਗਾ ਜਲਦੀ। ਤੇ ਇਸੇ ਤਰ੍ਹਾਂ PRTC ਦੇ ਚੇਅਰਮੈਨ ਸੀ KK ਸ਼ਰਮਾ, ਉਹਨਾਂ ਨੂੰ ਵੀ ਲਾ ਦਿੱਤਾ ਗਿਆ, ਉਹਨਾਂ ਦੀ ਜਗ੍ਹਾ ਤੇ ਵੀ ਚੰਨੀ ਸਾਹਿਬ ਦਾ ਨੇੜਲਾ ਇੱਕ ਕੋਈ ਸਤਿੰਦਰ ਸਿੰਘ ਚੈੜੀਆਂ ਨੇ ਉਹ ਲਾਏ ਗਏ ਨੇ ਜੀ। ਇਹ ਕਵਾਇਦ ਜਿਹੜੀ ਆ ਸਰਕਾਰ ਦੇ ਕੋਲ ਜਿੰਨਾ ਸਮਾਂ ਘਟਿਆ, ਜਿਹੋ ਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਬਦਲੀ ਆ ਜਾਂ ਇਦਾਂ ਕਹਿ ਲਓ ਕਿ ਮੁੱਖ ਮੰਤਰੀ ਬਦਲਿਆ ਗਿਆ, ਇਹਦਾ ਫਾਇਦਾ ਸਰਕਾਰ ਨੂੰ ਇਸ ਗੱਲ ਤੋਂ ਚੱਕਣਾ ਚਾਹੀਦਾ ਸੀ ਕਿ ਜਿਹੜਾ ਐਂਟੀ ਇਨਕੰਬੈਂਸੀ ਆ ਜਾਂ ਨੌਨ ਵਰਕਿੰਗ ਗਵਰਨਮੈਂਟ ਹੋਣ ਦਾ ਮੁੱਦਾ ਆ, ਉਹ ਵਾਲੀ ਜਿਹੜੀ ਬੋਰੀ ਆ ਉਹ ਸਾਰੀ ਕੈਪਟਨ ਸਾਹਿਬ ਦੇ ਸਿਰ ਤੇ ਰੱਖ ਦਿੱਤੀ ਗਈ ਭਾਰ ਦੀ, ਕਿ ਜੋ ਨਹੀਂ ਕੀਤਾ ਪਿਛਲੇ 4.5 ਸਾਲਾਂ 'ਚ ਉਹ ਕੈਪਟਨ ਸਾਹਿਬ ਨੇ ਨਹੀਂ ਕੀਤਾ। ਇਹਦੇ ਬਾਵਜੂਦ ਸਰਕਾਰ ਉਸ ਮਸਲੇ ਦਾ ਹੱਲ ਕਰਨ ਲਈ, ਉਹਨਾਂ ਮੁੱਦਿਆਂ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਹਾਲਾਂਕਿ ਬਹੁਤ ਕੋਸ਼ਿਸ਼ਾਂ ਕਰ ਰਹੀ ਆ, ਜਿੰਨੀਆਂ ਕੁ ਹੋ ਸਕਦੀਆਂ ਉਨੀਆਂ ਕੁ ਕਰ ਰਹੀ ਆ, ਪਰ ਇਹੋ ਜਿਹੇ ਜਿਹੜੇ ਛੋਟੇ-ਛੋਟੇ ਮੁੱਦੇ ਜਨਤਕ ਲੈਵਲ ਤੇ ਆਉਂਦੇ ਨੇ ਜਾਂ ਹਲਕਾ ਲੈਵਲ ਤੇ ਆਉਂਦੇ ਨੇ, ਉਹ ਫਿਰ ਇੱਕ ਵਾਰ ਫੇਰ એનર્ਜੀ ਨੂੰ ਕਿਤੇ ਨਾ ਕਿਤੇ ਨੈਗੇਟਿਵਲੀ ਯੂਜ਼ ਹੁੰਦਾ ਦੇਖਦੇ ਆ ਤੇ ਲੋਕਾਂ ਦੇ ਵਿੱਚ ਫਿਰ ਪ੍ਰਭਾਵ ਇਹੀ ਜਾਵੇਗਾ ਸਵਲੀਨ ਜੀ
ਕਿ ਸਰਕਾਰ ਜਦੋਂ ਵੀ ਬਦਲਦੀ ਆ ਤੇ ਸਾਰੇ ਆਪਣੇ ਆਪਣੇ ਚਹੇਤਿਆਂ ਨੂੰ ਹੀ ਅੱਗੇ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਆ। ਸ਼ਰਮਾ ਜੀ, ਮਦਨ ਲਾਲ ਜਲਾਲਪੁਰ ਕੀ ਕਹਿੰਦੇ ਨੇ ਇਸ ਮਾਮਲੇ 'ਚ? ਐਮਐਲਏ ਨੇ, ਉਹਨਾਂ ਤੋਂ ਜਦੋਂ ਕਿਸੇ ਨੇ ਪੁੱਛਿਆ ਕਿ ਤੁਸੀਂ ਪਟਿਆਲਾ ਦੇ ਜਿਹੜੇ ਜੰਗ ਚੱਲਦੀ ਆ ਮੇਅਰ ਨੂੰ ਲੈ ਕੇ ਉਹਦੇ ਬਾਰੇ ਕੀ ਕਹਿੰਦੇ ਆ, ਉਹ ਕਹਿੰਦੇ ਜੀ ਮੇਰਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ, ਮੈਂ ਆਪਣੇ ਹਲਕੇ ਤੱਕ ਸੀਮਤ ਆ, ਹਲਕੇ ਦੇ ਕੰਮਾਂ ਦੇ ਬਾਰੇ 'ਚ ਸੀਮਤ ਆ। ਕਹਿੰਦੇ ਸਾਰੇ ਇਦਾਂ ਹੀ ਨੇ। ਬਾਅਦ 'ਚ ਅਗਲੇ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਦੇਖੋ ਜੀ ਰੌਲਾ ਸਾਰੇ ਹੀ ਪਾਉਂਦੇ ਆ, ਜੇ ਤਾਂ ਬ੍ਰਹਮ ਮਹਿੰਦਰਾ ਜੁੜਿਆ ਹੋਇਆ ਕੈਪਟਨ ਨਾਲ ਹਾਲੇ ਵੀ, ਫੇਰ ਤੇ ਉਹ ਮੇਅਰ ਨੂੰ ਨਹੀਂ ਬਦਲੂਗਾ, ਤੇ ਜੇਕਰ ਬ੍ਰਹਮ ਮਹਿੰਦਰਾ ਚੰਨੀ ਸਾਹਿਬ ਨਾਲ ਤੇ ਕਾਂਗਰਸ ਨਾਲ ਵਫਾਦਾਰ ਹੋਇਆ ਫੇਰ ਉਹ ਮੇਅਰ ਨੂੰ ਬਦਲ ਦਊਗਾ। ਸੋ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਸਾਰੀ ਗੇਂਦ ਆ ਉਹ ਬ੍ਰਹਮ ਮਹਿੰਦਰਾ ਦੀ ਵਿਸ਼ਵਾਸ ਪਾਤਰਤਾ ਦੇ ਉੱਤੇ, ਬ੍ਰਹਮ ਮਹਿੰਦਰਾ ਦੀ ਕ੍ਰੈਡੀਬਿਲਿਟੀ ਦੇ ਉੱਤੇ ਸੁੱਟ ਦਿੱਤੀ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਇੱਕ ਵੱਖਰਾ ਤਰ੍ਹਾਂ ਦਾ ਰੂਪ ਪੇਸ਼ ਕਰਦੀਆਂ ਪਾਰਟੀ ਦਾ ਵੀ, ਸਰਕਾਰ ਦਾ ਵੀ ਤੇ ਸੱਤਾਧਾਰੀ ਧਿਰ ਦਾ। ਜੀ ਵੋਟਾਂ ਆਉਣ ਵਾਲੀਆਂ ਨੇ ਤੇ ਜੋੜ ਤੋੜ ਦੀ ਰਾਜਨੀਤੀ ਇਸ ਵੇਲੇ ਸਿਖਰ ਤੇ ਹੈ। WWE ਚੈਂਪੀਅਨ ਦ ਗ੍ਰੇਟ ਖਲੀ ਨੇ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ। ਸ਼ਰਮਾ ਜੀ, ਕਿਹਨੂੰ ਹੂੰਜ ਦੇਣਗੇ? ਪਹਿਲਾਂ ਤੇ ਜਿਹੜੇ ਖਲੀ ਨੇ ਆਮ ਆਦਮੀ ਪਾਰਟੀ ਦਾ ਝਾੜੂ ਚੱਕਿਆ, ਉਹਨਾਂ ਦਾ ਸਬੰਧ ਜਿਹੜਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਹੈ। ਉਹ ਬਹੁਤ ਵੱਡੀ ਇੱਕ ਸੋਸ਼ਲ ਫਿਗਰ ਜ਼ਰੂਰ ਨੇ, ਰਾਜਨੀਤੀ ਦੇ ਵਿੱਚ ਉਹਨਾਂ ਦਾ ਕੱਦ-ਬੁੱਤ ਕੀ ਹੈ ਕੀ ਨਹੀਂ, ਉਹਨਾਂ ਦੀ ਕੀ ਰਾਜਨੀਤੀ 'ਚ ਸਮਝ ਹੈ ਉਹ ਨਹੀਂ, ਪਰ ਸੈਲੀਬ੍ਰਿਟੀਜ਼ ਜਿਹੜੀਆਂ ਆ ਉਹ ਹਮੇਸ਼ਾ ਰਾਜਨੀਤੀ ਨੂੰ ਫੈਂਸੀਨੇਟ ਕਰਦੀਆਂ। ਰਾਜਨੀਤੀਵਾਨ ਚਾਹੁੰਦੇ ਨੇ ਕਿ ਵੱਡੀਆਂ ਸ਼ਖਸੀਅਤਾਂ, ਵੱਡੇ ਚਿਹਰੇ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ, ਪਰ ਉਹਨਾਂ ਦਾ ਕਾਫੀ ਜਿਹੜਾ ਆ ਦਾਰੋਮਦਾਰ ਜਾਂ ਕੰਮਕਾਰ ਪੰਜਾਬ 'ਚ ਵੀ ਰਿਹਾ। ਪੰਜਾਬ ਪੁਲਿਸ ਦੀ ਜੌਬ ਵੀ ਉਹਨਾਂ ਨੇ ਕੀਤੀ, ਮੇਰਾ ਖਿਆਲ ਹੁਣ ਵੀ ਉਹ ਕਰਦੇ ਨੇ, ਸ਼ਾਇਦ ਮੇਰੀ ਪੂਰੀ ਜਾਣਕਾਰੀ 'ਚ ਨਹੀਂ, ਪਰ ਉਹ ਹਿਮਾਚਲ ਤੋਂ ਨੇ ਤੇ ਹਿਮਾਚਲ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੇ ਪੈਰ ਪਸਾਰਨ ਦੇ ਵਿੱਚ ਲੱਗੀ ਹੋਈ ਆ। ਤੇ ਹਿਮਾਚਲ ਦੇ ਵਿੱਚ ਵੀ ਚੋਣਾਂ ਦੇ ਵਿੱਚ ਸਾਲ ਕੀ ਰਹਿ ਗਿਆ, ਅਗਲੇ ਸਾਲ ਨਵੰਬਰ ਦੇ ਵਿੱਚ ਹੀ ਚੋਣਾਂ ਹੋਣੀਆਂ ਨੇ, 2022 ਦੇ ਵਿੱਚ ਹੀ। ਹਿਮਾਚਲ ਦੇ ਨਾਲ ਨਾਲ ਗੁਜਰਾਤ, ਉਹ ਵੀ ਦੋ ਬਹੁਤ ਅਹਿਮ ਚੁਣਾਵ ਹੋਣਗੇ ਅਗਲੇ ਸਾਲ ਦੇ। ਸੋ ਕੇਜਰੀਵਾਲ ਦੀ ਪਾਰਟੀ ਹਿਮਾਚਲ ਦੇ ਵਿੱਚ ਵੀ ਕੋਸ਼ਿਸ਼ 'ਚ ਆ। ਹੁਣੀ ਇੱਕ ਸੀਟ ਤੋਂ ਚਾਰ ਸੀਟਾਂ ਤੋਂ ਹਿਮਾਚਲ ਦੇ ਵਿੱਚ ਬਾਈ ਇਲੈਕਸ਼ਨ ਹੋ ਕੇ ਹਟੇ, ਉੱਥੇ ਬੀਜੇਪੀ ਨੂੰ ਤਕੜਾ ਨੁਕਸਾਨ ਜਿਹੜਾ ਉਹ ਮਿਲਿਆ। ਉੱਥੇ ਹੀ ਇੱਕ ਸੀਟ ਤੋਂ ਇੱਕ ਉਮੀਦਵਾਰ ਸੀ ਜਿਨ੍ਹਾਂ ਦੀ ਡੈਥ ਹੋ ਗਈ ਸੀ, ਉਹਨਾਂ ਦੇ ਬੇਟੇ ਨੂੰ ਟਿਕਟ ਦੇਣ ਦੀ ਬਜਾਏ ਬੀਜੇਪੀ ਨੂੰ ਕਿਸੇ ਨੂੰ ਹੋਰ ਨੂੰ ਟਿਕਟ ਦੇ ਦਿੱਤੀ ਸੀ। ਹੁਣ ਆਮ ਆਦਮੀ ਪਾਰਟੀ ਉਸ ਉਮੀਦਵਾਰ ਨਾਲ ਵੀ ਸੰਪਰਕ ਕਰ ਰਹੀ ਆ, ਕਿਉਂਕਿ ਉਹਨਾਂ ਨੇ ਉੱਥੇ ਬਹੁਤ ਕਰੜੀ ਟੱਕਰ ਦਿੱਤੀ ਆ ਤੇ ਦੂਜੇ ਨੰਬਰ ਤੇ ਉਹ ਰਹੇ ਆ ਤੇ ਥੋੜੀਆਂ ਵੋਟਾਂ ਨਾਲ ਹੀ ਹਾਰੇ ਨੇ। ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਸੰਪਰਕ ਕੀਤਾ ਕਿ ਤੁਸੀਂ ਆ ਕੇ ਸਾਨੂੰ ਮਿਲੋ ਤੇ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਦੇ ਵਿੱਚ ਹਿਮਾਚਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ। ਸੋ ਪਾਰਟੀਆਂ ਹਮੇਸ਼ਾ ਇਸ ਕੋਸ਼ਿਸ਼ 'ਚ ਰਹਿੰਦੀਆਂ ਨੇ। ਜਿਹੜਾ ਤੁਸੀਂ ਝਾੜੂ ਫੇਰਨ ਦੀ ਗੱਲ ਕੀਤੀ ਆ ਉਹ ਹਾਲੇ ਦੂਰ ਦੀ ਗੱਲ ਆ, ਕਿਉਂਕਿ ਸਮਾਂ ਉੱਥੇ ਹੈਗਾ, ਕੀ ਹੁੰਦਾ ਉਹਦੇ 'ਚ ਕੀ ਨਹੀਂ ਹੁੰਦਾ ਉਹ ਥੋੜ੍ਹਾ ਜਿਹਾ ਸਮਾਂ ਜ਼ਰੂਰ ਲੱਗੇਗਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੰਨਾ ਕੁ ਝਾੜੂ ਫੇਰੇਗੀ, ਕਿੰਨਾ ਕੁ ਨਹੀਂ ਫੇਰੇਗੀ, ਇਹ ਗੱਲ ਜਿਹੜੀ ਆ ਉਹ ਜੂਨ ਜੁਲਾਈ ਤੋਂ ਹੀ ਚੱਲ ਰਹੀ ਆ ਕਿ ਉਹ ਆਪਣੀ ਪਹਿਲਾਂ ਸਿਰ ਦਾ ਐਲਾਨ ਕਰਨਗੇ ਕਿ ਕਿਸ ਮੂੰਹ ਨੂੰ ਲੈ ਕੇ, ਕਿਸ ਚਿਹਰੇ ਨੂੰ ਲੈ ਕੇ, ਕਿਸ ਹੈੱਡ ਨੂੰ ਲੈ ਕੇ ਉਹਨਾਂ ਨੇ ਜਿਹੜੀ ਚੋਣ ਆ ਇਹ ਲੜਨੀ ਆ। ਕਿਉਂਕਿ ਕਾਂਗਰਸ ਵਾਲੇ ਪਾਸੇ ਹੁਣ ਦੋ ਚਿਹਰੇ ਨੇ, ਕੱਲ ਨੂੰ ਉਹ ਦੋਵਾਂ ਦੀ ਬਜਾਏ ਕਿਸੇ ਤੀਜੇ ਨੂੰ ਸਾਹਮਣੇ ਲੈ ਆਉਣ ਤੇ ਕੋਈ ਵੱਡੀ ਗੱਲ ਨਹੀਂ, ਪਰ ਉਹ ਸੱਤਾਧਾਰੀ ਧਿਰ ਨੇ ਤੇ ਉਹ ਸੱਤਾ ਦੇ ਵਿੱਚ ਨੇ ਤੇ ਉਹਨਾਂ ਦੇ ਕੋਲ ਫਿਰ ਵੀ ਦੋ ਤਿੰਨ ਵੱਡੀਆਂ ਸ਼ਕਲਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ। ਦੂਸਰੀ ਧਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਮਾਮਲੇ 'ਚ ਪੁੱਛਣ ਦਾ ਸਵਾਲ ਹੀ ਨਹੀਂ ਹੈਗਾ ਕਿ ਸ਼ਕਲ ਜਿਹੜੀ ਆ ਉਹ ਕਿਹਦੀ ਹੋਣੀ ਆ, ਚਿਹਰਾ ਕਿਹਦਾ ਹੋਣਾ ਹੈ। ਹੋਰ ਕੋਈ ਧਿਰ ਏਡੀ ਤਾਕਤਵਰ ਨਜ਼ਰ ਨਹੀਂ ਆਉਂਦੀ ਜਿਹੜੀ ਇਹ ਦਾਅਵਾ ਕਰ ਸਕੇ ਕਿ ਇੱਥੇ ਜਿਹੜਾ ਚਿਹਰਾ ਆ ਉਹ ਕਿਹਦਾ ਹੋਵੇਗਾ। ਜੇਕਰ ਬੀਜੇਪੀ ਦੀ ਗੱਲ ਕਰੀਏ ਤੇ ਉਹ ਬਹੁਤ ਵਾਰ ਇਸ ਤਰੀਕੇ ਦੀ ਰਾਜਨੀਤੀ ਕਰਦੇ ਨਜ਼ਰ ਆਉਂਦੇ ਨੇ। ਹਰਿਆਣੇ ਦੇ ਵਿੱਚ ਉਹਨਾਂ ਨੇ ਚੋਣ ਲੜੀ, ਕਿਸੇ ਨੂੰ ਨਹੀਂ ਪਤਾ ਸੀ ਕਿ ਮਨੋਹਰ ਲਾਲ ਖੱਟੜ ਕੌਣ ਨੇ। ਮਹਾਰਾਸ਼ਟਰ ਦੇ ਵਿੱਚ ਚੋਣ ਲੜੀ ਦੇਵੇਂਦਰ ਫੜਨਵੀਸ ਦਾ, ਕਿਸੇ ਨੂੰ ਨਹੀਂ ਪਤਾ ਸੀ। ਅਸਾਮ ਦੇ ਵਿੱਚ ਰੀਸੈਂਟਲੀ ਚੋਣਾਂ ਲੜੀਆਂ, ਉੱਥੇ ਹੇਮੰਤ ਕੁਮਾਰ ਬਿਸਵਾ ਆਉਣਗੇ ਜਾਂ ਦੂਸਰੇ ਨੂੰ ਕਿਸੇ ਨੂੰ ਲੈ ਕੇ ਆਉਣਾ ਉਹਦੇ ਨਾਲ ਪਤਾ ਨਹੀਂ ਸੀਗਾ। ਪਾਰਟੀ ਹੀ ਚੋਣ ਦੇ ਵਿੱਚ ਸੀ, ਪਾਰਟੀ ਹੀ ਸੱਤਾ ਦੇ ਵਿੱਚ ਸੀ ਤੇ ਜਦੋਂ ਮੁੱਖ ਮੰਤਰੀ ਦੀ ਗੱਲ ਆਈ ਉਹਨਾਂ ਨੇ ਚਿਹਰਾ ਬਦਲ ਦਿੱਤਾ। ਪਰ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਨੂੰ ਲੈ ਕੇ ਇਹ ਕਸ਼ਮਕਸ਼ ਜਿਹੜੀ ਆ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਆ ਤੇ ਅਸੀਂ ਜਾਂ ਬਹੁਤੇ ਪੋਲੀਟੀਕਲ ਐਨਾਲਿਸਟ ਜਿਹੜੇ ਆ ਇਸ ਗੱਲ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਇੱਕ ਵੱਡਾ ਘਾਟਾ ਜਿਹੜਾ ਆ ਉਹ ਨਜ਼ਰ ਆਉਂਦਾ ਆ ਇਸ ਗੱਲ ਦੇ ਵਿੱਚ ਕਿ ਜੇਕਰ ਉਹ ਚਿਹਰੇ ਦੇ ਐਲਾਨ ਦੇ ਵਿੱਚ ਜਿੰਨੀ ਦੇਰੀ ਕਰਦੇ ਆ ਓਨਾ ਹੀ ਲੋਕਾਂ ਦਾ ਵਿਸ਼ਵਾਸ ਜਾਂ ਲੋਕਾਂ ਦੀ ਜਿਹੜੀ ਆਸ, ਲੋਕਾਂ ਦੀ ਇੱਕ ਵੱਖਰੀ ਧਿਰ ਨੂੰ, ਇੱਕ ਨਵੀਂ ਧਿਰ ਨੂੰ ਚੁਣਨ ਦੀ ਜਿਹੜੀ ਉਮੀਦ ਆ ਉਹਦੇ ਵਿੱਚ ਡੈਂਟ ਜਿਹੜਾ ਆ ਉਹ ਪੈਂਦਾ ਜਾ ਰਿਹਾ।
ਸ਼ਰਮਾ ਜੀ, ਪਰ ਅਸੀਂ ਇਸ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਜਦੋਂ ਕੋਈ ਸੈਲੀਬ੍ਰਿਟੀ ਜਿਹੜੀ ਹੈ ਉਹ ਕਿਸੇ ਪਾਰਟੀ ਦਾ ਪੱਲਾ ਫੜਦੀ ਹੈ ਤੇ ਉਹਦਾ ਜਿਹੜਾ ਅਸਰ ਆ ਉਹ ਪੂਰੀ ਮੁਲਕ ਦੀ ਰਾਜਨੀਤੀ ਤੇ ਪੈਂਦਾ ਆ। ਬਿਲਕੁਲ ਜੀ। ਮੁੱਦੇ ਹਾਲੇ ਹੋਰ ਵੀ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਆਮ ਆਦਮੀ ਪਾਰਟੀ ਤੋਂ ਬਾਅਦ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ। ਅੱਜ ਸੁਖਬੀਰ ਸਿੰਘ ਬਾਦਲ ਕਿਸਾਨ ਜਥੇਬੰਦੀਆਂ ਤੇ ਵੀ ਇਲਜ਼ਾਮ ਲਗਾਉਂਦੇ ਨਜ਼ਰ ਆਏ। ਇਹ ਵੀ ਕਹਿੰਦੇ ਨਜ਼ਰ ਆਏ ਕਿ ਬੀਬੀ ਬਾਦਲ ਨੇ ਵਿਧਾਨ ਸਭਾ ਚੋਣਾਂ ਨਹੀਂ ਲੜਨੀਆਂ ਤੇ ਪਾਪਾ ਜੀ ਬਾਰੇ ਵੀ ਕੁਝ ਕਹਿ ਰਹੇ ਸੀ ਉਹ। ਬਿਲਕੁਲ ਜੀ, ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਜਦੋਂ ਸਵਾਲ, ਤੇ ਉਹਨਾਂ ਨੇ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਕਿਉਂਕਿ ਮੈਂਬਰ ਪਾਰਲੀਮੈਂਟ ਨੇ, ਇਸ ਕਰਕੇ ਉਹਨਾਂ ਨੇ ਚੋਣ ਨਹੀਂ ਲੜਨੀ ਜੀ। ਤੇ ਮੇਰਾ ਖਿਆਲ ਮੈਂਬਰ ਪਾਰਲੀਮੈਂਟ ਉਹ ਆਪ ਵੀ ਨੇ ਤੇ ਉਹਨਾਂ ਨੇ ਆਪਣੇ ਲੜਨ ਬਾਰੇ ਨਹੀਂ ਦੱਸਿਆ। ਤੇ ਮੇਰਾ ਖਿਆਲ ਆ ਕਿ ਕਿਉਂਕਿ ਉਹ ਮੁੱਖ ਮੰਤਰੀ ਦਾ ਚਿਹਰਾ ਨੇ ਤੇ ਫਿਰ ਉਹ ਚੋਣ ਤੇ ਲੜਨ ਗਈ। ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਬਾਰੇ ਸਵਾਲ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਜਾਂ ਸਮਾਂ ਆਉਣ ਤੇ ਅਸੀਂ ਦੱਸਾਂਗੇ। ਤੇ ਹਰਸਿਮਰਤ ਦਾ ਫੈਸਲਾ ਆਪੇ ਕਰ ਲਿਆ। ਦੇਖੋ ਜੀ, ਉਹ ਫਿਰ ਘਰ ਦੀ ਗ੍ਰਹਿਣੀ ਆ ਤੇ ਉਹਦਾ ਫੈਸਲਾ ਤੇ ਆਪੇ ਕਰਨਾ ਨਾ। ਪਾਰਟੀ ਹਾਈ ਕਮਾਂਡ ਤਾਂ ਹੈ ਹੀ ਨਹੀਂ ਕੋਈ। ਵਨ ਮੈਨ ਆਰਮੀ ਆ, ਵਨ ਮੈਨ ਸ਼ੋ ਆ। ਬਾਕੀ ਜਿਹੜੇ ਹੈ ਵੀ ਉਹ ਸਾਰੇ ਦੇ ਸਾਰੇ ਯੈਸ ਮੈਨ ਨੇ। ਜਿਹੜੇ ਕਦੇ ਨੋ ਮੈਨ ਹੁੰਦੇ ਸੀ ਉਹਨਾਂ ਨੂੰ ਤਾਂ ਬਾਦਲ ਸਾਹਿਬ ਨੇ ਹੀ ਕਿਨਾਰੇ ਕਰ ਦਿੱਤਾ ਸੀ, ਬੜਾ ਲੰਬਾ ਸਮਾਂ ਹੋ ਗਿਆ। ਤੇ ਜੇਕਰ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਸੀ ਤੇ ਕਿਸੇ ਬੀਤੇ ਦਿਨਾਂ ਦੇ ਵਿੱਚ ਜਿੰਨੀਆਂ ਇਹਨਾਂ ਨੇ ਟਿਕਟਾਂ ਵੰਡੀਆਂ, ਸਵੇਰੇ ਫੈਸਲਾ ਕਰਦੇ ਸੀ ਕਿ ਅੱਜ ਉੱਥੇ ਜਾਣਾ ਆ ਮੁਕੇਰੀਆਂ ਤੇ ਉੱਥੇ ਦੀ ਟਿਕਟ ਐਲਾਨ ਕਰ ਦੇਣੀ ਆ, ਅੱਜ ਆਦਮਪੁਰ ਜਾਣਾ ਆ ਤੇ ਆਦਮਪੁਰ ਦੀ ਟਿਕਟ ਐਲਾਨ ਕਰ ਦੇਣੀ ਆ, ਅੱਜ ਗਿੱਦੜਬਾਹੇ ਜਾਣਾ ਤੇ ਗਿੱਦੜਬਾਹੇ ਦੀ ਟਿਕਟ ਐਲਾਨ ਕਰ ਦੇਣੀ ਆ, ਅੱਜ ਅੰਮ੍ਰਿਤਸਰ ਜਾਣਾ ਤੇ ਅੰਮ੍ਰਿਤਸਰ। ਬਿਲਕੁਲ ਕੋਈ ਹਾਈ ਕਮਾਂਡ ਨਹੀਂ, ਕੋਈ ਪਾਰਲੀਮੈਂਟ ਅਫੇਅਰ ਕਮੇਟੀ ਨਹੀਂ, ਕੋਈ ਇਹਨਾਂ ਦਾ ਇਹੋ ਜਿਹਾ ਸਿਸਟਮ ਨਹੀਂ ਸੀ ਜਿਹਦੇ 'ਚ ਬੈਠ ਕੇ ਸਾਰੀਆਂ ਚੀਜ਼ਾਂ ਡਿਸਕਸ ਕਰਦੇ ਹੋਣ। ਪਾਪਾ ਜੀ ਵਾਰੀ ਹੁਣ ਹਾਈ ਕਮਾਂਡ ਆ ਗਈ। ਦੇਖੋ, ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਆ, ਉਹ ਬਹੁਤ ਵੱਡੇ ਸਿਆਸਤਦਾਨ ਨੇ, ਬਹੁਤ ਸਤਿਕਾਰਤ ਨੇ, ਲਗਭਗ ਸਾਰੇ ਪੰਜਾਬ 'ਚ ਹੀ ਨਹੀਂ ਸਾਰੇ ਭਾਰਤ ਦੇ ਵਿੱਚ ਬਹੁਤ ਲੰਬਾ ਸਮਾਂ ਉਹ ਸਿਆਸਤ ਕਰ ਚੁੱਕੇ ਨੇ। ਕੁਝ ਕੁ ਸਮੇਂ ਤੋਂ ਉਹ ਸਿਆਸਤ ਤੋਂ ਬਾਹਰ ਨਜ਼ਰ ਆਉਂਦੇ ਨੇ, ਪਰ ਹੁਣ ਕਨਸੋਆਂ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਉਹ 2-3 ਵਾਰ ਘਰੋਂ ਬਾਹਰ ਨਿਕਲੇ ਨੇ, ਅਲੱਗ-ਅਲੱਗ ਥਾਵਾਂ ਤੇ ਉਹ ਗਏ ਨੇ, ਫੰਕਸ਼ਨਸ ਦੇ ਵਿੱਚ ਵੀ ਜਾਂ ਹੋਰ ਜਗ੍ਹਾ ਤੇ ਵੀ। ਤੇ ਉਹਨਾਂ ਨੇ ਇਹ ਅਨਾਉਂਸਮੈਂਟ ਵੀ ਕਿਤੇ ਕੀਤੀ ਆ ਕਿ ਮੈਂ ਹੁਣ ਸਿਆਸਤ ਦੇ ਵਿੱਚ ਫੇਰਾ ਤੋਰਾ ਰੱਖਾਂਗਾ। ਤੇ 1-2 ਸਾਲ 3 ਸਾਲ ਪਹਿਲਾਂ ਦੀ ਗੱਲ ਹੈ, ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਆਪਣੀ ਜਿਹੜੀ ਲਾਈਫ ਜੀ ਰਹੇ ਆ ਹੁਣ, ਤੁਸੀਂ ਉਹ ਕਿਵੇਂ ਲੱਗਦੀ ਆ? ਤੇ ਉਹਨਾਂ ਨੇ ਕਿਹਾ ਸੀ ਤੁਸੀਂ ਜਿਹੜਾ ਸਵਾਲ ਮੈਨੂੰ ਪੁੱਛਣਾ ਚਾਹੁੰਦੇ ਆ ਉਹ ਮੈਂ ਜਵਾਬ ਪਹਿਲਾਂ ਦੇ ਦਿੰਦਾ, ਮੈਂ ਹਲੇ ਰਿਟਾਇਰ ਨਹੀਂ ਹੋਇਆ, ਮੈਂ 6ਵੀਂ ਵਾਰ ਵੀ ਮੁੱਖ ਮੰਤਰੀ ਬਣਾਂਗਾ। ਸੋ ਗੱਲ ਇੱਕ ਇਹ ਵੀ ਆ ਕਿ ਜੋ ਇੱਕ ਹਾਈਪ, ਜੋ ਇੱਕ ਪ੍ਰਸਿੱਧੀ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਤੋਂ ਪਹਿਲਾਂ, ਕਿਉਂਕਿ ਇਹਨਾਂ ਨੇ ਲੰਬਾ ਸਮਾਂ ਪਹਿਲਾਂ ਪ੍ਰਚਾਰ ਤੇ ਪ੍ਰਸਾਰ ਆਰੰਭ ਕਰ ਲਿਆ ਸੀ, ਸੀਟਾਂ ਦੇ ਐਲਾਨ ਵੀ ਕਰ ਦਿੱਤੇ, ਪਰ ਉਹ ਜਿਹੜੀ ਹਾਈਪ ਮਿਲਣੀ ਸੀ ਉਹ ਮਿਲ ਨਹੀਂ ਰਹੀ। ਤੇ ਹੁਣ ਹੋ ਸਕਦਾ ਹੈ ਕਿ ਇਹਨਾਂ ਨੇ ਇਹ ਸੋਚਿਆ ਹੋਵੇ ਕਿ ਉਸ ਬਜ਼ੁਰਗ ਨੂੰ ਫੇਰ ਤੋਂ ਰਾਜਨੀਤੀ ਦੇ ਵਿੱਚ ਲਿਆ ਕੇ ਖੜਾ ਕਰੀਏ, ਜਿਹਦੇ ਨਾਲ ਕੁਝ ਮਾਈਲੇਜ ਜਿਹੜੀ ਆ ਹੋਰ ਵਧੇ ਤੇ ਇੱਕ ਜਿਹੜਾ ਉਹਨਾਂ ਦਾ ਸਿਆਸੀ ਤਜਰਬਾ ਆ, ਇੱਕ ਸਿਆਸੀ ਉਹਨਾਂ ਦਾ ਇੱਕ ਕੱਦ ਆ, ਉਹਨੂੰ ਫੇਰ ਵਰਤ ਕੇ ਤੇ ਸਿਆਸਤ ਦੇ ਵਿੱਚ ਕੁਝ ਲਾਹ ਖਟਿਆ ਜਾਵੇ। ਦੇਖੋ ਕੀ ਬਣਦਾ ਆਉਣ ਵਾਲੇ ਦਿਨਾਂ 'ਚ। ਸ਼ਰਮਾ ਜੀ, ਇੱਕ ਸਕੀਮ ਹੈ ULPIN, ਜਾਣਨਾ ਚਾਹਾਂਗੇ ਕਿ ਇਹ ਸਕੀਮ ਕੀ ਹੈ? ਭਾਰਤ ਸਰਕਾਰ 2 ਨਵੇਂ ਤਰੀਕੇ ਦੇ ਨਾਲ ਮੁਲਕ ਦੇ ਵਿੱਚ ਬਦਲਾਵ ਹੋਰ ਕਰਨ ਦੇ ਯਤਨਾਂ ਦੇ ਵਿੱਚ ਹੈ ਜੀ। ਇੱਕ ਤੁਸੀਂ ਦੇਖਿਆ ਕਾਫੀ ਲੰਬੇ ਸਮੇਂ ਪਹਿਲਾਂ 2010 ਦੇ ਵਿੱਚ ਆਧਾਰ ਕਾਰਡ ਨਾਮ ਦੀ ਸ਼ੁਰੂਆਤ ਹੋਈ ਸੀ। ULPIN, ਯੂਨੀਕ ਲੈਂਡ ਪਾਰਸਲ ਆਇਡੈਂਟੀਫਿਕੇਸ਼ਨ ਨੰਬਰ। ਇੱਕ ਤਰੀਕੇ ਨਾਲ ਇਦਾਂ ਕਹਿ ਲਓ ਕਿ ਜ਼ਮੀਨਾਂ ਦਾ ਆਧਾਰ ਕਾਰਡ ਇੱਕ ਬਣਾਉਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਕਰ ਰਹੇ ਆ। 2008 ਤੋਂ ਇਸ ਵਿਚਾਰ ਦੇ ਉੱਤੇ ਚਰਚਾ ਚੱਲ ਰਹੀ ਸੀ, ਕਿਉਂਕਿ ਕਿਉਂ ਨਾ ਸਾਰੇ ਹੀ ਮੁਲਕ ਦੀਆਂ ਜ਼ਮੀਨਾਂ ਦਾ ਰਜਿਸਟ੍ਰੇਸ਼ਨ ਜਿਹੜਾ ਆ ਉਹ ਦੁਬਾਰੇ ਕੀਤਾ ਜਾਵੇ, ਕਿਉਂ ਨਾ ਉਹਨਾਂ ਦੀ ਜਿਹੜੀ ਜਮ੍ਹਾਂਬੰਦੀ ਆ, ਦਰਜਾਬੰਦੀ ਆ, ਉਹਨਾਂ ਨੂੰ ਇੱਕ ਵੱਖਰਾ ਨੰਬਰ ਦੇ ਦਿੱਤਾ ਜਾਵੇ। ਹਾਲਾਂਕਿ ਸੁਣਨ ਨੂੰ ਤੇ ਦੇਖਣ ਨੂੰ ਇਹ ਸੋਹਣਾ ਲੱਗਦਾ, ਪਰ ਕਰਨ ਨੂੰ ਬੜਾ ਲੰਬਾ ਚੌੜਾ ਤੇ ਇੱਕ ਔਖਾ ਜਿਹੜਾ ਆ ਇਹ ਮਾਮਲਾ ਆ। ਪਰ ਹੁਣ ਕਿਹਾ ਜਾ ਰਿਹਾ ਕਿ ਉੜੀਸਾ ਦੇ ਵਿੱਚ ਇਹਨਾਂ ਨੇ ਬਹੁਤ ਪਹਿਲਾਂ ਸ਼ੁਰੂਆਤ ਕੀਤੀ ਸੀ, 3 ਪਿੰਡ ਚੁਣੇ ਸੀ, ਉਹਨਾਂ 'ਚ ਕਰਕੇ ਦੇਖੀ, ਫਿਰ ਹੁਣ 13 ਕੁ ਸੂਬਿਆਂ ਦੇ ਵਿੱਚ ਫਿਰ ਕਰਕੇ ਦੇਖ ਚੁੱਕੇ ਨੇ ਤੇ ਹੁਣ 16-17 ਸੂਬਿਆਂ ਨੇ ਤਾਂ ਇਹਨੂੰ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਆ ਤੇ ਇਹਦੇ ਤੇ ਕੰਮ ਜਿਹੜਾ ਆ ਉਹ ਸ਼ੁਰੂ ਹੋ ਗਿਆ। ਜੇਕਰ ਇਹ ਸਾਰੀ ਸਕੀਮ ਨੂੰ ਠੀਕ ਮੰਨ ਲਿਆ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦਾ ਇੱਕ ਡੇਟਾਬੇਸ ਹੋਵੇਗਾ, ਜਿਹਦੇ ਵਿੱਚ ਸਾਰੇ ਹੀ ਭਾਰਤ ਦੀਆਂ ਜ਼ਮੀਨਾਂ ਨੂੰ ਵੱਖਰਾ ਨੰਬਰ ਜਿਹੜਾ 14 ਅੱਖਰਾਂ ਦਾ ਉਹ
ਮਿਲ ਜਾਵੇਗਾ। ਜੀ ਜਿੱਦਾਂ ਤੁਹਾਡਾ ਆਧਾਰ ਕਾਰਡ ਨੰਬਰ ਹੈ, ਇਦਾਂ ਹੀ ਤੁਹਾਡੀ ਜ਼ਮੀਨ ਦਾ ਵੀ ਇੱਕ ਨੰਬਰ ਹੋਵੇਗਾ, ਜਿਹਦੇ 'ਚ ਲੌਂਗੀਟਿਊਡ ਤੇ ਲੈਟੀਟਿਊਡ ਜਿਹੜੇ ਆ ਉਹ ਮੈਂਸ਼ਨ ਹੋਣਗੇ। ਬਲਾਕ ਵਾਈਜ਼ ਹੋਵੇਗਾ, ਨਾਲ ਉਹਦੇ ਜ਼ਿਲ੍ਹੇ ਦਾ ਕੋਈ ਕੋਡ ਲੱਗੇਗਾ। ਇੱਕ ਹਾਲਾਂਕਿ ਇੱਕ ਲੰਬੀ ਚੌੜੀ ਪ੍ਰਕਿਰਿਆ ਆ, ਪਰ ਜੇਕਰ ਇਹ ਸਾਰਾ ਕੁਝ ਸੰਭਵ ਹੋ ਜਾਂਦਾ ਤੇ ਫਿਰ ਜਿਹੜੀਆਂ ਰਜਿਸਟਰੀਆਂ ਦੇ ਵਿੱਚ ਮਿਲੀ ਭੁਗਤ ਹੁੰਦੀ ਆ, ਕੁਝ ਕਿਸੇ ਦੀਆਂ ਕੋਈ ਵੇਚ ਜਾਂਦਾ, ਕਿਸੇ ਦੀਆਂ ਕੋਈ ਵੇਚ ਜਾਂਦਾ, ਉਹਨੂੰ ਜਿਹੜੀ ਆ ਕੁਝ ਤਰੀਕੇ ਨਾਲ ਠੱਲ ਜਿਹੜੀ ਪਵੇਗੀ। ਜੀ ਸਰਕਾਰ ਦੀ ਇਹਦੇ ਪਿੱਛੇ ਸਾਫ਼-ਸਾਫ਼ ਮਨਸ਼ਾ ਕੀ ਆ ਇਹ ਤਾਂ ਨਹੀਂ ਦੱਸ ਸਕਦੇ, ਪਰ ਪੰਜਾਬ ਵਰਗੇ ਸੂਬੇ ਨੂੰ ਦੇਖਦੇ ਹੋਏ ਇਹ ਵੀ ਜਿਹੜੀ ਗੱਲ ਸਾਹਮਣੇ ਆਉਣੀ ਆ ਕਿ ਬਹੁਤ ਸਾਰੇ ਲੋਕ ਬਾਹਰ ਬੈਠੇ ਆ, ਜ਼ਮੀਨਾਂ ਉਹਨਾਂ ਦੀਆਂ ਇੱਥੇ ਨੇ, ਜਾਂ ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਜ਼ਮੀਨਾਂ ਵੀ ਅਜਿਹੀਆਂ ਨੇ ਜਿਹੜੀਆਂ ਪਤਾ ਹੀ ਨਹੀਂ ਆ ਕਿ ਕਿਹਦੀ ਜ਼ਮੀਨ ਆ ਤੇ ਕਿਹਦੇ ਕਬਜ਼ੇ ਥੱਲੇ ਵਾਹੀ ਜਾ ਰਹੀ ਹੈ। ਤੇ ਬਹੁਤ ਸਾਰੀਆਂ ਜਿਹੜੀਆਂ ਜ਼ਮੀਨੀ ਰਿਕਾਰਡ ਨੇ ਉਹ ਸਰਕਾਰੀ ਨੇ ਜਾਂ ਪਿੰਡਾਂ ਦੀਆਂ ਨੇ, ਸ਼ਾਮਲਾਟ ਨੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਆ ਉਹ ਵੱਖਰੇ ਤਰੀਕੇ ਦੇ ਨਾਲ ਚੱਲ ਰਹੇ ਨੇ। ਦੇਖੋ, ਜਦੋਂ ਅਸੀਂ ਕੋਈ ਸਕੀਮ, ਜਦੋਂ ਅਸੀਂ ਕੋਈ ਪ੍ਰੋਜੈਕਟ ਸਵਲੀਨ ਜੀ ਕਾਗਜ਼ਾਂ ਤੇ ਦੇਖਦੇ ਹਾਂ ਤੇ ਉਹ ਬਹੁਤ ਚੰਗਾ ਲੱਗਦਾ, ਪਰ ਵੱਡੀ ਸਮੱਸਿਆ ਉਹਨੂੰ ਅਮਲੀ ਜਾਮਾ ਪਹਿਨਾਉਣ ਦੀ ਹੁੰਦੀ ਹੈ। ਜੇਕਰ ਇਸ ULPIN ਨੂੰ ਯੂਨੀਕ ਲੈਂਡ ਪਾਰਸਲ ਆਇਡੈਂਟੀਫਿਕੇਸ਼ਨ ਨੰਬਰਸ ਨਾਂ ਦੀ ਸਕੀਮ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਂਦਾ ਤੇ ਮੇਰੇ ਖਿਆਲ ਦੇ ਵਿੱਚ ਇਹ ਚੰਗਾ ਉਦਮ ਹੋਵੇਗਾ। ਪਰ ਇੰਨਾ ਸੌਖਾ ਤੇ ਇੰਨਾ ਆਸਾਨ ਨਹੀਂ ਹੈ। ਪਰ ਦੂਸਰੀ ਗੱਲ, ਉਹਦੇ ਨਾਲ ਦੀ ਨਾਲ ਇਹ ਵੀ ਸੰਭਵ ਹੈ ਕਿ ਜੇ ਸਰਕਾਰ ਕਰਨਾ ਚਾਹਵੇ ਤਾਂ ਫਿਰ ਮੁਸ਼ਕਲ ਵੀ ਕੁਝ ਨਹੀਂ ਹੈ। ਬਹੁਤ ਅਮਲਾ ਹੈ, ਬਹੁਤ ਤਰੀਕੇ ਹਨ, ਬਹੁਤ ਸਾਧਨ ਹਨ। GPS ਟੈਗਿੰਗ ਹੈ, ਗੂਗਲ ਮੈਪਿੰਗ ਹੈ, ਨਕਸ਼ੇ ਹਨ। ਜੇ ਕਰਨਾ ਚਾਹਣ ਤੇ ਸਰਕਾਰ ਇਹ ਸਾਰੇ ਕੰਮ ਜਿਹੜੇ ਆ ਉਹ ਕੀਤੇ ਜਾ ਸਕਦੇ। ਜੀ ਸ਼ਰਮਾ ਜੀ, ਇੱਕ ਹੋਰ ਸਕੀਮ ਚਰਚਾ ਦੇ ਵਿੱਚ ਹੈ ਜੀ, ਵਨ ਨੇਸ਼ਨ ਵਨ ਡੇਟਾ। ਇਹ ਕੀ ਹੈ ਜੀ? ਦੇਖੋ, ਇਹ ਜਿਹੜੀ ਵਨ ਨੇਸ਼ਨ ਵਨ ਡੇਟਾ ਦੀ ਗੱਲ ਆ, ਇਹਨੂੰ ਤੁਸੀਂ ਇਦਾਂ ਸਮਝੋ ਕਿ ਜਿਹੜੀ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਅਸੀਂ ਕਰਾਉਂਦੇ ਆ ਨਾ, ਉਹ ਸਾਡੇ ਪਿੰਡ ਦੇ ਵਿੱਚ ਜਿਹੜਾ ਆ ਚੌਂਕੀਦਾਰ ਰਜਿਸਟਰਡ ਕਰਦਾ, ਸ਼ਹਿਰ ਦੇ ਵਿੱਚ ਉਹਦੇ ਲਈ ਸ਼ਾਇਦ ਸੁਵਿਧਾ ਕੇਂਦਰ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਬਾਅਦ ਵਿੱਚ ਉਹ ਜਿਹੜੇ CMO ਆਫਿਸ ਆ ਉੱਥੇ ਪਹੁੰਚ ਜਾਂਦੀ ਹੈ। ਫਿਰ ਉਹ ਜਨਮ ਤੇ ਮੌਤ ਰਜਿਸਟ੍ਰੇਸ਼ਨ ਜਿਹੜੀ ਰਜਿਸਟਰਾਰ ਆਫ ਗਵਰਨਮੈਂਟ ਆ, ਗਵਰਨਮੈਂਟ ਦਾ ਦਫ਼ਤਰ ਆ ਪੰਜਾਬ ਸਰਕਾਰ ਦਾ, ਉੱਥੇ ਪਹੁੰਚ ਜਾਂਦੀ ਹੈ। ਤੇ ਪੰਜਾਬ ਸਰਕਾਰ ਦੀ ਜਿਹੜੀ ਜਾਣਕਾਰੀ ਆ ਉਹ ਸਾਲ ਬਾਅਦ ਫਿਰ ਅਪਡੇਟ ਹੁੰਦੀ ਆ ਤੇ ਉਹ ਸੈਂਟਰ ਸਰਕਾਰ ਕੋਲ ਪਹੁੰਚਦੀ ਆ। ਤੇ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ, ਹਿੰਦੁਸਤਾਨ ਸਰਕਾਰ ਦੇ ਕੋਲ ਬਹੁਤ ਸਾਰੇ ਡੇਟਾ ਜਿਹੜਾ ਆ ਉਹ ਹਾਲੇ ਵੀ ਕਈ ਵਾਰ ਪੁਖਤਾ ਤੌਰ ਤੇ ਮੌਜੂਦ ਨਹੀਂ ਹੁੰਦੇ। ਜਿਨ੍ਹਾਂ ਤੋਂ ਸਭ ਤੋਂ ਵੱਡੀ ਗੱਲ ਤੇ ਅਸੀਂ ਦੇਖੀ ਆ ਕਿ ਜਨਗਣਨਾ ਦਾ ਹੀ ਰਿਕਾਰਡ ਕੋਈ ਨਹੀਂ ਹੁੰਦਾ ਸਰਕਾਰਾਂ ਕੋਲ। ਪਿਛਲੇ ਸਾਲ ਜਨਗਣਨਾ 2020 ਚ ਹੋਣੀ ਸੀ ਤੇ 2021 ਦੇ ਵਿੱਚ ਉਹ ਪ੍ਰਕਾਸ਼ਿਤ ਹੋਣੀ ਸੀ, ਕੋਵਿਡ ਕਰਕੇ ਲੇਟ ਹੋ ਗਈ, ਹੁਣ ਉਹ 2022 ਚ ਹੋਣੀ ਆ। ਜੇਕਰ ਇਹ ਜਿਹੜਾ ਵਨ ਨੇਸ਼ਨ ਵਨ ਡੇਟਾ ਆ, ਇਹ ਜੋ ਸਰਕਾਰ ਨੇ ਸਕੀਮ ਘੜੀ ਆ, ਉਲੀਕੀ ਆ, ਜੇ ਉਹ ਸਾਰਾ ਡਿਜੀਟਾਈਜੇਸ਼ਨ ਦੇ ਮਾਧਿਅਮ ਦੇ ਨਾਲ ਉਹ ਪੋਸੀਬਲ ਹੋ ਜਾਏ ਤੇ ਉਹ ਇੱਕ ਅਜਿਹੀ ਸਕੀਮ ਬਣੇਗੀ ਜਿਹਦੇ ਨਾਲ ਜਿਹੜਾ ਸਾਰਾ ਡੇਟਾ ਆ ਇਹ ਸਟੇਟ ਗਵਰਨਮੈਂਟ ਦੀ ਬਜਾਏ ਸਾਰੇ ਦਾ ਸਾਰਾ ਜਿਹੜਾ ਆ ਉਹ ਕੇਂਦਰ ਦੇ ਸਰਵਰ ਤੇ ਚੜ ਜਾਏਗਾ। ਜਿੱਦਾਂ ਅਸੀਂ ਹੁਣੇ ਆਧਾਰ ਕਾਰਡ ਦੀ ਗੱਲ ਕਰਦੇ ਸੀ, ਆਧਾਰ ਕਾਰਡ ਵਰਗੀ ਹੀ ਇੱਕ ਹੋਰ ਸਕੀਮ ਜਿਹੜੀ ਆ ਉਹ ਪਲੈਨਿੰਗ ਦੇ ਵਿੱਚ ਸੀਗੀ, ਉਹ ਸੀ NPR, ਨੈਸ਼ਨਲ ਪਾਪੂਲੇਸ਼ਨ ਰਜਿਸਟਰ। ਅਸੀਂ ਆਪ ਉਹਦੇ ਤੇ ਕਾਫੀ ਕੰਮ ਕੀਤਾ ਸੀ ਯੂਪੀ ਦੇ ਵਿੱਚ, ਵੈਸਟਰਨ ਯੂਪੀ ਦੇ 16-17 ਜ਼ਿਲ੍ਹਿਆਂ ਦੇ ਵਿੱਚ ਸਾਨੂੰ ਉਸ ਸਕੀਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਆਧਾਰ ਕਾਰਡ ਵਾਂਗ ਹੀ ਹਰ ਨਾਗਰਿਕ ਦੀ ਜਿਹੜੀ ਡਾਟਾ ਆ ਉਹ ਕਲੈਕਟ ਕੀਤਾ ਜਾਂਦਾ ਸੀ। ਆਧਾਰ ਕਾਰਡ ਦੇ ਵਿੱਚ ਤੁਹਾਨੂੰ ਕਾਰਡ ਮਿਲ ਜਾਂਦਾ ਸੀ, ਉਹਦੇ 'ਚ ਮਿਲਦਾ ਕੁਛ ਨਹੀਂ ਸੀ, ਉਹ ਰਜਿਸਟਰ ਦੇ ਵਿੱਚ ਇੱਕ ਕੈਲਕੂਲੇਸ਼ਨ ਜਿਹੜੀ ਆ ਹੁੰਦੀ ਸੀ। ਹੁਣ ਵਨ ਨੇਸ਼ਨ ਵਨ ਡੇਟਾ ਦੇ ਵਿੱਚ ਭਾਰਤ ਸਰਕਾਰ ਸਟੇਟ ਲੈਵਲ ਦੇ ਉੱਤੇ ਇੱਕ ਰਜਿਸਟਰ ਬਿਠਾਵੇਗੀ ਤੇ ਜ਼ਿਲ੍ਹਾ ਲੈਵਲ ਤੇ ਜਾਂ ਬਲਾਕ ਲੈਵਲ ਤੇ ਪਿੰਡ ਲੈਵਲ ਤੇ ਹਰ ਜਨਮ ਤੇ ਹਰ ਮੌਤ ਦਾ ਰਜਿਸਟ੍ਰੇਸ਼ਨ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਪਰਫਾਰਮੇ ਤੇ ਜਾਂ ਕੇਂਦਰ ਸਰਕਾਰ ਦੇ ਦਿੱਤੇ ਹੋਏ ਡਿਜੀਟਲ ਪਲੇਟਫਾਰਮ ਦੇ ਉੱਤੇ ਦਰਜ ਹੋਵੇਗਾ ਤੇ ਨਾਲ ਦੀ ਨਾਲ ਉਹ ਸਾਰਾ ਰਿਕਾਰਡ ਜਿਹੜਾ ਆ ਉਹ ਕੇਂਦਰ ਸਰਕਾਰ ਕੋਲ ਪਹੁੰਚਦਾ ਰਹੇਗਾ। ਤੇ ਫਿਰ ਸਰਕਾਰ ਦੇ ਕੋਲ ਉਸ ਸਰਵਰ ਤੋਂ ਪੂਰੇ ਹੀ ਦੇਸ਼ ਦਾ ਜਿਹੜਾ ਡੇਟਾ ਕਲੈਕਟ ਕਰਨਾ, ਸਿਲੈਕਟ ਕਰਨਾ, ਚੈੱਕ ਕਰਨਾ, ਕਿਸੇ ਵੀ ਦਿਨ ਸਰਕਾਰ ਇਹ ਦੱਸ ਸਕੇਗੀ ਕਿ ਲੋਕਾਂ ਦੀ ਗਿਣਤੀ ਹੁਣ ਹੈ ਕਿੰਨੀ, ਜਾਂ ਇਸ ਪਾਰਟਿਕੂਲਰ ਸਮੇਂ ਦੇ ਦੌਰਾਨ ਕਿੰਨੇ ਨਵੇਂ ਜੰਮੇ ਜਿਹੜੇ ਬੱਚੇ ਆ ਉਹਨਾਂ ਦੀ ਆਮਦ ਹੋਈ ਆ ਤੇ ਕਿੰਨੇ ਹੀ ਲੋਕ ਜਿਹੜੇ ਨੇ ਉਹ ਇਸ ਡੇਟਾ ਦੇ ਵਿੱਚੋਂ ਮਾਈਨਸ ਹੋਏ ਨੇ ਬਿਕੋਜ਼ ਆਫ ਡੈਥ। ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸੂਚਨਾਵਾਂ ਜਿਹੜੀਆਂ ਆ ਉਹ ਸਵਲੀਨ ਜੀ ਸੈਂਟਰਲਾਈਜ਼ਡ ਹੋ ਜਾਣਗੀਆਂ। ਜਿਵੇਂ ਕਿ ਤੁਹਾਡੇ ਡਰਾਈਵਿੰਗ ਲਾਇਸੈਂਸ ਦਾ ਬਣਨਾ, ਉਹਦੇ ਲਈ 18 ਸਾਲ ਕਿਹਦੀ ਕਦੋਂ ਉਮਰ ਹੁੰਦੀ ਆ ਉਹ ਸਰਵਰ ਤੋਂ ਪਤਾ ਲੱਗ ਜਾਏਗਾ। ਪਾਸਪੋਰਟ ਬਣਾਉਣ ਦੀ ਡਿਟੇਲ, ਡਰਾਈਵਿੰਗ ਲਾਇਸੈਂਸ ਬਣਾਉਣ ਦੀ ਡਿਟੇਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਤੁਹਾਡੇ ਜਨਮ ਤੇ ਮੌਤ ਦੇ ਪ੍ਰਮਾਣ ਦੀ ਲੋੜ ਪੈਂਦੀ ਆ ਉਹ ਸਾਰਾ ਜਿਹੜਾ ਸੈਂਟਰਲਾਈਜ਼ਡ ਡੇਟਾ ਹੋ ਜਾਏਗਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਨਾਲ ਦੀ ਨਾਲ ਇੱਕ ਹੋਰ ਵੀ ਗੱਲ ਆ ਕਿ ਜਨਮ ਤੇ ਮੌਤ ਦਾ ਜਿਹੜਾ ਪ੍ਰਮਾਣ ਪੱਤਰ ਆ ਉਹ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹਾ ਹੋਵੇਗਾ। ਇਹਨਾਂ ਚੀਜ਼ਾਂ ਦੇ ਬਹੁਤ ਸਾਰੇ ਫਾਇਦੇ ਹੋਣਗੇ, ਬਹੁਤ ਸਾਰੇ ਨੁਕਸਾਨ ਵੀ ਹੋ ਸਕਦੇ ਨੇ। ਨੁਕਸਾਨ ਹਾਲ ਦੀ ਘੜੀ ਸਿਰਫ ਇਹੀ ਨੇ ਕਿ ਸਟੇਟ ਸਰਕਾਰ ਇਹਨੂੰ ਆਪਣੇ ਹੱਕਾਂ ਦੇ ਉੱਤੇ ਵੀ ਇੱਕ ਡਾਕਾ ਦੱਸੇਗੀ ਕਿ ਸਾਨੂੰ ਤੇ ਜਾਣਕਾਰੀ ਨਹੀਂ ਹੈ, ਕਿਉਂਕਿ ਜੇਕਰ ਸੈਂਟਰ ਸਰਕਾਰ ਸਾਰਾ ਡੇਟਾਬੇਸ ਆਪਣੇ ਕੋਲ ਰੱਖਦੀ ਹੈ
ਫਿਰ ਸੈਂਟਰ ਸਰਕਾਰ ਤੋਂ ਹੀ ਸਟੇਟ ਗਵਰਨਮੈਂਟਸ ਦੇ ਬਾਅਦ ਵਿੱਚ ਇਹ ਡੇਟਾ ਲੈਣਗੀਆਂ ਤੇ ਜਿਹੜੀਆਂ ਸਟੇਟ ਦੀਆਂ ਸਕੀਮਾਂ ਨੇ ਉਹਦੇ ਲਈ ਫਿਰ ਸਟੇਟਸ ਨੂੰ ਮੁੜ ਕੇ ਸੈਂਟਰ ਗਵਰਨਮੈਂਟ ਦੇ ਉੱਤੇ ਡਿਪੈਂਡ ਹੋਣਾ ਪਵੇਗਾ। ਜੀ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਡੇਟਾ ਦਾ ਜਿੰਨਾ ਅਸੀਂ ਉਪਯੋਗ, ਜਿੰਨੀ ਅਸੀਂ ਮਹੱਤਤਾ ਆਉਣ ਵਾਲੇ ਸਮੇਂ 'ਚ ਦੇਖ ਰਹੇ ਹਾਂ ਜਾਂ ਬੀਤੇ ਦੇ ਵਿੱਚ ਜਿੰਨੀ ਦੇਖੀ ਆ, ਸਾਡਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਆ, ਸਾਡੀਆਂ ਸਾਰੀਆਂ ਸਕੀਮਾਂ ਨੇ, ਚਾਹੇ ਉਹ ਪੈਨਸ਼ਨ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਹ ਹੋਰ ਸਾਰੀਆਂ ਹੀ ਸਰਕਾਰੀ ਚੀਜ਼ਾਂ ਨੇ, ਉਹਨਾਂ ਦਾ ਜਿਹੜਾ ਜੁੜਾਵ ਆ ਇਸ ਸਕੀਮ ਦੇ ਨਾਲ ਹੋਵੇਗਾ। ਬਾਅਦ ਵਿੱਚ ਇਹਨੂੰ ਆਧਾਰ ਕਾਰਡ ਨਾਲ ਜੋੜ ਦਿੱਤਾ ਜਾਵੇ ਜਾਂ ਫਿਰ ਪਾਸਪੋਰਟ ਸਿਸਟਮ ਨਾਲ ਜਾਂ ਡਰਾਈਵਿੰਗ ਲਾਇਸੈਂਸ ਦੇ ਨਾਲ, ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਜਿਹੜਾ ਵੱਡਾ ਬੈਨੀਫਿਟ ਆ ਉਹ ਸਰਕਾਰਾਂ ਦੇ ਸਕਦੀਆਂ ਤੇ ਆਮ ਲੋਕਾਂ ਤੱਕ ਪਹੁੰਚ ਸਕਦਾ। ਜੀ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਸ਼ਰਮਾ ਜੀ, ਪ੍ਰੋਗਰਾਮ 'ਚ ਸਾਡਾ ਸਾਥ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।